ਕਲੈਪਸ ਹੈ ਤੇ ਪਿੰਡਾਂ 'ਚ ਤਾਂ ਕੇਸ ਹੱਦ ਤੱਕ ਕਲੈਪਸ ਹੈ, ਇਹ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਜਿਵੇਂ ਸਰਕਾਰ ICU 'ਚ ਹੈ, ਪਤਾ ਨਹੀਂ ਕਦੋਂ ਡਿੱਗ ਜਾਵੇ, ਉਸੇ ਤਰ੍ਹਾਂ ਹਾਲਾਤ ਹੈਲਥ ਇਨਫਰਾਸਟ੍ਰਕਚਰ ਦੇ ਰੂਰਲ ਏਰੀਆ 'ਚ ਅਰਬਨ ਏਰੀਆ 'ਚ ਇਹੋ ਜਿਹੇ ਬਣੇ ਹੋਏ। ਔਰ ਪਿਛਲੇ ਦਿਨਾਂ 'ਚ ਮੈਂ ਕੁਛ ਫਿਗਰਸ ਹੈ, ਭਾਵੇਂ ਤੁਹਾਡੇ ਧਿਆਨ 'ਚ ਹੈ, ਕਿਉਂਕਿ ਮੈਂ ਇਹਨਾਂ ਨੂੰ ਰਿਪੀਟ ਤਾਂ ਕਰ ਰਿਹਾ ਕਿ ਨੈਸ਼ਨਲ ਐਵਰੇਜ ਜਿਹੜੀ ਡੈਥ ਰੇਟ ਹੈ, ਕੇਸ ਜਿਹੜੀ ਫਰਟੀਲਿਟੀ ਰੇਟ ਹੈ 1.1% ਹੈ ਨੈਸ਼ਨਲ ਐਵਰੇਜ, ਤੇ ਦਿੱਲੀ 1.6, ਹਰਿਆਣਾ 1%, ਪੰਜਾਬ ਦੀ 2.4%, 2.5% ਦੇ ਨੇੜੇ ਆ। ਮਤਲਬ ਕਿ ਫਰਟੀਲਿਟੀ ਰੇਟ ਜਿਹੜੇ ਨੇ, ਕੇਸ ਫਰਟੀਲਿਟੀ ਰੇਟ, ਉਹ ਨੈਸ਼ਨਲ ਐਵਰੇਜ ਨਾਲੋਂ ਜਾਂ ਆਂਢੀ ਗੁਆਂਢੀ ਨਾਲੋਂ ਡਬਲ ਤੋਂ ਵੀ ਵੱਧ ਨੇ। ਇਹ ਸਾਫ਼ ਇੰਡੀਕੇਸ਼ਨ ਹੈ ਕਿ ਕਰੋਨਾ ਦਾ ਹਾਲਾਤ ਕੀ ਹੋ ਗਿਆ, ਜਦ ਕਿ ਸਾਡੇ ਹੈਲਥ ਮਿਨਿਸਟਰ ਸਾਹਿਬ, ਉਹਨਾਂ ਦਾ ਮਹਿਕਮਾ ਬੜੀ ਜ਼ੋਰਾਂ ਨਾਲ ਲੱਗਿਆ, ਮੁੱਖ ਮੰਤਰੀ ਸਾਹਿਬ ਦਾ ਦਫ਼ਤਰ ਬੜੀ ਜ਼ੋਰਾਂ ਨਾਲ ਲੱਗਿਆ ਕਿ ਸੱਚ ਸਾਹਮਣੇ ਨਾ ਆਵੇ। ਹਰ ਗੱਲ ਨੂੰ ਲੁਕੋਇਆ ਜਾ ਰਿਹਾ। ਉਹ ਵੀ ਚਾਹੁੰਦੇ ਆ ਟੈਸਟਿੰਗ ਘੱਟ ਹੀ ਹੋਵੇ, ਘੱਟ ਹੀ ਰਿਪੋਰਟ ਹੋਵੇ। ਜਿਹੜੀ ਪਿੰਡਾਂ 'ਚ ਡੈਥ ਹੋ ਰਹੀ ਹੈ, ਔਰ ਮੇਰੇ ਵੀਰੋ ਧੜਾ ਧੜ ਡੈਥ ਹੋ ਰਹੀ ਹੈ, ਜਦੋਂ ਦਾ ਟੈਸਟ ਹੀ ਨਹੀਂ ਹੋਇਆ ਤੇ ਉਹਦੀ ਰਿਪੋਰਟਿੰਗ ਕੀ ਹੋਣੀ ਹੈ? ਤੇ ਸੁਭਾਵਿਕ ਹੈ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਜਿੰਨੀ ਰਿਪੋਰਟਿੰਗ ਹੈ, ਇਹ 2.4%, ਇਹ ਕੱਲੀ ਤੁਸੀਂ ਸਮਝੋ ਕਿ 70% 80% ਸ਼ਹਿਰ ਦੀ ਹੈ, ਕੱਲੀ 20% ਪਿੰਡਾਂ ਤੱਕ ਹੈ। ਜੇ ਐਕਚੁਅਲ ਰਿਪੋਰਟਿੰਗ ਹੋਣੀ ਸ਼ੁਰੂ ਹੋ ਜਾਏ, ਇਹ 4% ਦੇ ਨੇੜੇ ਤੇੜੇ ਜਾ ਸਕਦੀ ਹੈ। ਦੂਜੀ ਗੱਲ, ਸਾਰੇ ਦੁਨੀਆ ਭਰ 'ਚ, ਚਾਹੇ ਉਹ ਫੌਜੀ ਸਾਹਿਬ ਨੇ ਅਮਰੀਕਾ ਦੇ, ਚਾਹੇ ਹੋਰ ਇਹਦੇ 'ਚ ਜਿਹੜੀ ਸਮਝ ਰੱਖਦੇ ਆ ਚੰਗੀ ਹੈਲਥ ਐਕਸਪਰਟਸ ਨੇ, ਉਹ ਕਹਿ ਰਹੇ ਆ ਕਿ ਵੈਕਸੀਨੇਸ਼ਨ ਇਜ਼ ਦੀ ਓਨਲੀ ਵੇ ਫਾਰਵਰਡ। ਔਰ ਵੈਕਸੀਨੇਸ਼ਨ ਦਾ ਕੀ ਹਾਲ ਹੈ? ਭਾਵੇਂ ਤਾਂ ਦੇਸ਼ ਦਾ ਹੀ ਬੜਾ ਮਾੜਾ ਹਾਲ ਹੈ, ਮਗਰ ਦੇਸ਼ ਦੀ ਨੈਸ਼ਨਲ ਐਵਰੇਜ ਹੈ 3.1%, ਹਰਿਆਣੇ ਦੀ ਐਵਰੇਜ ਹੈ 3.2%, ਔਰ ਪੰਜਾਬ ਦੀ ਐਵਰੇਜ ਹੈ 2.2%। ਔਰ ਤੁਸੀਂ ਹਾਲ ਵੇਖ ਲਓ ਅੱਜ ਤੱਕ ਕੀ ਹੋਇਆ। ਇਹ ਤਾਂ ਮੈਂ ਇਕੱਲਾ ਓਫੀਸ਼ੀਅਲ ਫਿਗਰਸ ਕਹਿ ਰਿਹਾ, ਅਨਓਫੀਸ਼ੀਅਲ ਨਹੀਂ। ਭਾਵੇਂ ਦਿੱਲੀ 'ਚ ਜੋ ਮਹੱਲਾ ਕਲੀਨਿਕ ਦੀ ਗੱਲ ਕਰਦੇ ਸੀ, ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਤੁਸੀਂ ਵੇਖਿਆ ਕਿ ਉੱਥੇ ਲੋਕੀ ਕਿਵੇਂ ਰੋਂਦੇ ਕਰਲਾਉਂਦੇ, ਹਸਪਤਾਲਾਂ ਦੇ ਬੈੱਡ ਵਾਸਤੇ, ਆਕਸੀਜਨ ਵਾਸਤੇ, ਰੋਟੀ ਵਾਸਤੇ, ਕਰਮੇਸ਼ਨ ਵਾਸਤੇ, ਮਤਲਬ ਟੋਟਲ ਫੇਲੀਅਰ। ਔਰ ਕਿੰਨੀ ਡੈਥਾਂ ਨੇ ਦਿੱਲੀ ਦੀਆਂ? 22,000 ਦੇ ਨੇੜੇ ਤੇੜੇ, ਜਦ ਕਿ ਤੁਹਾਡਾ ਦੇਸ਼ ਦਾ ਨੈਸ਼ਨਲ ਕੈਪੀਟਲ ਹੈ ਸਾਡਾ। ਤੇ ਇਹ ਹਾਲਾਤ ਜੇ ਨੈਸ਼ਨਲ ਕੈਪੀਟਲ 'ਚ ਬਣ ਗਏ, ਉਸੇ ਤਰ੍ਹਾਂ ਹਰਿਆਣੇ 'ਚ 6,800 ਤੇ ਪੰਜਾਬ 'ਚ 12,000 ਦੇ ਨੇੜੇ ਤੇੜੇ ਡੈਥਾਂ ਹੋ ਚੁੱਕੀਆਂ ਨੇ। ਔਰ ਰਜਿੰਦਰਾ ਹਸਪੀਟਲ, ਜਿੱਥੇ ਜਿੰਨੇ ਬੰਦੇ ਦਾਖਲ ਹੋ ਰਹੇ, ਹਰ ਤੀਜੇ ਬੰਦੇ ਦੀ ਮੌਤ ਹੋ ਰਹੀ ਹੈ। ਜਿਹੜੇ ਸਰਕਾਰੀ ਹਸਪਤਾਲ, ਇਹਨਾਂ ਦਾ ਇੱਕ ਪਟਿਆਲਾ CM ਸਾਹਿਬ ਦਾ ਜ਼ਿਲ੍ਹਾ, ਜਿੱਥੇ ਬੈਸਟ ਹੈਲਥ ਇਨਫਰਾਸਟ੍ਰਕਚਰ ਹੋਣਾ ਚਾਹੀਦਾ, ਉੱਥੇ ਫਰਟੀਲਿਟੀ ਰੇਟ 35%, 30 ਡੈਥਸ ਅ ਡੇ। ਯਾਰ ਇਹ ਮਜ਼ਾਕ ਹੈ। ਔਰ ਜਿਹੜੇ ਇਹ ਮੁੱਖ ਮੰਤਰੀ ਸਾਹਿਬ ਨੇ, ਉਹ ਤਾਂ ਆਪਦੇ ਉੱਥੋਂ ਨਹੀਂ ਨਿਕਲਦੇ। ਔਰ ਇਹਨਾਂ ਦੇ ਜਿੰਨੇ ਕੁ ਵੀ ਵਜ਼ੀਰ ਨੇ, ਇਹਨਾਂ ਦੀ ਤਾਂ ਜਿੰਨੀ ਘੱਟ ਗੱਲ ਕੀਤੀ ਜਾਵੇ ਉਹੀ ਗੱਲ ਹੈ। ਠੋਕੋ ਤਾਲੀ ਆਪ ਤੇ ਹੈ, ਚੀਕੂ ਸੀਤਾਫਲ ਆਪ ਤੇ ਕੰਮ ਤੇ ਲੱਗੇ ਆ। ਇਹਨਾਂ ਨੂੰ ਲੋਕਾਂ ਦੀ ਤਾਂ ਕੋਈ ਫਿਕਰ ਕੋਈ ਨਹੀਂ ਮੈਂ ਵੇਖ ਰਿਹਾ। ਹਾਲਾਤ ਵੇਖੋ ਤੁਸੀਂ। ਗਵਰਨਮੈਂਟ ਆਫ ਇੰਡੀਆ, ਭਾਵੇਂ ਗਵਰਨਮੈਂਟ ਆਫ ਇੰਡੀਆ ਇਹਦੇ 'ਚ ਬਰਾਬਰ ਦੀ ਜ਼ਿੰਮੇਵਾਰ ਹੈ। ਦੀਦੀ ਤੋਂ ਵੇਲ ਨਹੀਂ ਮਿਲਿਆ ਉਹਨਾਂ ਨੂੰ। ਅੱਜ ਅਸਲੀਅਤ ਕੀ ਹੈ ਕਿ ਜਿੰਨੇ ਵੈਂਟੀਲੇਟਰ ਦਿੱਲੀ ਤੋਂ ਆਏ ਸੀ, ਵਾਇਆ ਸੋ ਮਨੀ ਵੀ ਲਾਈਂਗ ਅਨਯੂਜ਼ਡ, ਇਹ ਕ੍ਰਿਮੀਨਲ ਨੈਗਲੀਜੈਂਸ ਹੈ। क्यों नहीं इस ते क्यों, मतलब वाई आर भी, मतलब डे बाय डे डेथ्स वध रही ने। रिपोर्टिंग, अंडर रिपोर्टिंग नूं इनकरेज किया जा रहा कि सच्चाई सामने ना लियाओ। पिंडां 'च टेस्टिंग नहीं हो रही, लोग टेस्ट कराउण तो घबराउंदे आ। मेरा आप दा जानकार ने, मैं उन्होंने कहा वैक्सीनेशन लवा लो। देखो कॉन्फिडेंस बिल्डिंग किने करनी है? सरकार ने करनी है।
ਪਿੰਡਾਂ 'ਚ ਨਾ ਤਾਂ ਟੈਸਟ ਕਰਾ ਕੇ ਰਾਜੀ ਆ, ਨਾ ਵੈਕਸੀਨੇਸ਼ਨ ਲਵਾ ਕੇ ਰਾਜੀ ਆ। ਮਤਲਬ ਸਰਕਾਰ ਦਾ ਪ੍ਰੋਜੈਕਟ ਫੇਲ। ਔਰ ਹਾਲਾਤ ਇਹ ਹੋ ਗਏ ਆ, ਚਲੋ ਉਹ ਵੀ ਤੁਸੀਂ ਵੇਖਿਆ ਹਾਲ, ਜਿੱਥੇ ਪੰਜਾਬ ਵਰਗੇ ਪੰਜਾਬੀਆਂ ਲਈ ਮਸ਼ਹੂਰ ਹੈ, ਜਿੱਥੇ ਹਰ ਕੋਈ ਫੇਲ, ਉੱਥੇ ਕੱਲਾ ਪੰਜਾਬੀ ਆਉਂਦਾ ਬਾਂਹ ਫੜਨ ਵਾਸਤੇ। ਮਗਰ ਕੀ ਪੰਜਾਬ ਦੇ ਇਹ ਜਿਹੇ ਹਾਲਾਤ ਵੇਖੇ ਸੀ ਕਿ ਇੱਕ ਬਜ਼ੁਰਗ ਆਪਣੀ ਬੇਟੀ ਨੂੰ ਸੰਸਕਾਰ ਵਾਸਤੇ 3 ਦਿਨ ਲੱਗੇ, ਉਹਦੀ ਇਹ ਵੀਡੀਓ ਵੇਖ ਕੇ। ਇਹ ਤੋਂ ਵੱਡਾ ਸਰਕਾਰ ਦਾ ਫੇਲੀਅਰ ਇਹ ਜੀ 100 ਨੇ। ਮੈਂ ਤਾਂ ਇੱਕ ਉਦਾਹਰਨ ਦੇ ਰਿਹਾ, ਮੈਂ ਲੰਮਾ ਨਹੀਂ ਜਾਊਂਗਾ ਇਹਦੇ 'ਚ। ਐਵਰੀ ਡੇ ਰਿਪੋਰਟ ਹੋ ਰਿਹਾ, ਕਿੱਥੇ ਆਕਸੀਜਨ ਦੀ ਘਾਟ ਕਰਕੇ ਆਕਸੀਜਨ ਨਹੀਂ ਪਹੁੰਚਿਆ, ਬੰਦਿਆਂ ਦੀ ਡੈਥ ਹੋ ਗਈ। ਉਹਦੇ ਲਈ ਕੌਣ ਜ਼ਿੰਮੇਵਾਰ? ਮਤਲਬ ਅੱਜ ਹਰ ਗੱਲ ਨੂੰ, ਜੇ ਪਤਾ ਸੀ ਸੈਕੰਡ ਵੇਵ ਆ ਰਹੀ ਹੈ, ਜੇ ਕੇਰਲਾ ਤਿਆਰੀ ਕਰ ਸਕਦਾ ਸੀ, ਜੇ ਬੰਬੇ 'ਚ 80,000 90,000 ਕੇਸਿਸ ਇੱਕ ਦਿਨ ਦੇ ਹੋ ਗਏ ਸੀ, ਜੇ ਉਹ ਘਟਾ ਕੇ ਅੱਜ ਮੈਨੂੰ ਲੱਗਦਾ 1600 ਤੇ ਲਿਆ ਸਕਦੇ ਆ, ਤੇ ਸਾਡੀ ਆ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ? ਕਿਹੜੀ ਤਿਆਰੀ ਕੀਤੀ? ਜਾਂ ਕਹਿ ਰਹੇ ਹੁਣ 3rd ਵੇਵ ਆਉਣੀ ਹੈ ਜਿਸ 'ਚ ਬੱਚਿਆਂ ਨੂੰ ਬੜੀ ਮਾਰ ਪੈਣੀ, ਉਹਦੇ ਲਈ ਕੀ ਤਿਆਰੀ ਹੋ ਰਹੀ ਹੈ? ਜ਼ੀਰੋ। ਮਤਲਬ ਪ੍ਰਿਪੇਅਰਡਨੈਸ, ਕੱਲਾ ਮੌਕੇ ਨੂੰ ਸਾਂਭੋ, ਮੌਕੇ ਨੂੰ ਮਕੌਰ। ਮੈਂ ਅੱਜ ਐਗਜ਼ਾਮਪਲ ਲੈ ਕੇ ਆਇਆ, ਇਹ ਗੱਲ ਮੈਂ ਪਹਿਲਾਂ ਵੀ ਚੁੱਕੀ ਸੀ, ਮਗਰ ਕਿਉਂਕਿ ਪਤਾ ਨਹੀਂ ਕੀ ਕਾਰਨ ਹੋਇਆ, ਕਿਵੇਂ ਵਜ਼ੀਰ ਸਾਹਿਬਾਨ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੇ ਆ ਕਿ ਅਸੀਂ ਕੋਵਿਡ ਵਾਲਿਆਂ ਨੂੰ ਖਰਚਾ ਨਹੀਂ ਪੈਣ ਦੇਵਾਂਗੇ, ਅਸੀਂ ਮਦਦ ਤੇ ਖੜੇ ਆ, ਹਰ ਪਰਿਵਾਰ ਨੂੰ ਇਹ ਸਹੂਲਤ ਦਿੱਤੀ ਜਾਊਗੀ। ਮੈਂ ਅੱਜ ਬੰਦੇ ਦਾ ਨਾਂ ਦੇ ਰਿਹਾ, ਉਹਦਾ ਟੈਲੀਫੋਨ ਨੰਬਰ ਦੇ ਰਿਹਾ, ਤੁਹਾਨੂੰ ਸਭ ਨੂੰ ਚਾਹੂੰਗਾ ਉਹਨੂੰ ਫੋਨ ਕਰਿਓ। ਮੇਰੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸੰਬੰਧਿਤ ਸਵਿੰਦਰ ਸਿੰਘ ਸਨ ਆਫ ਨਿਰੰਜਨ ਸਿੰਘ ਦੀ ਡੈਥ ਹੋਈ ਆ। ਤੁਸੀਂ ਮੰਨੋਗੇ ਕਿ ਹਸਪਤਾਲ ਹੈ ਸਾਡੇ ਅੰਮ੍ਰਿਤਸਰ ਦਾ, ਉੱਥੇ ਸਾਰੇ ਵਜ਼ੀਰ, ਉਹਨਾਂ ਦਾ ਇਹ ਸਪੈਸ਼ਲੀ ਹੈਲਥ ਮਹਿਕਮੇ ਦੇ ਵਜ਼ੀਰਾਂ ਦਾ, ਉਹਨਾਂ ਨਾਲ ਚੰਗਾ ਉੱਠਣਾ ਬੈਠਣਾ। ਅਮਨਦੀਪ ਹਸਪਤਾਲ ਨਾਲ ਡਾਕਟਰ ਅਵਤਾਰ ਜੀ ਨੇ, ਉਹਨਾਂ ਨੇ ਇੱਕ ਪੇਸ਼ੈਂਟ ਦਾ ਬਿੱਲ ਕਿੰਨਾ ਬਣਾਇਆ? 65 ਸਾਲ ਦੀ ਉਹਨਾਂ ਦੀ ਉਮਰ ਸੀ। ਉਹਨਾਂ ਦੀ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਉਹਨਾਂ ਦੀ ਡੈਥ ਹੋ ਗਈ। ਔਰ ਮੈਂ ਮਜਬੂਰਨ ਅੱਜ ਇਹ ਗੱਲ ਤੁਹਾਡੇ ਸਮਕਸ਼ ਲੈ ਕੇ ਆਇਆ, ਕਿਉਂਕਿ ਉਹਨਾਂ ਦਾ ਪਰਿਵਾਰ ਮੈਨੂੰ ਰੋਜ਼ ਪੁੱਛਦਾ ਹੈ ਕਿ ਸਰਕਾਰ ਦੇ ਦਾਅਵੇ ਆ ਸਾਡੇ ਨਾਲ ਇਹ ਕੁਝ ਹੋਇਆ, ਸਰਕਾਰ ਐਕਸ਼ਨ ਕਿਉਂ ਨਹੀਂ ਕਰ ਰਹੀ? ਕਿਉਂ ਨਹੀਂ ਹਸਪਤਾਲ ਬੰਦ ਕੀਤਾ ਜਾ ਰਿਹਾ? ਕਿਉਂ ਨਹੀਂ ਇਹਨਾਂ ਦੇ ਮਾਲਕਾਂ ਦੇ ਖਿਲਾਫ ਕਾਰਵਾਈ ਹੋ ਰਹੀ? ਕਿੰਨੇ ਦਾ ਬਿੱਲ ਬਣਿਆ? 21 ਲੱਖ ਰੁਪਏ ਦਾ ਬਿੱਲ, ਤੇ ਬੰਦੇ ਦੀ ਡੈਥ ਹੋ ਗਈ। ਇਹ ਤੋਂ ਵੱਡੀ ਕ੍ਰਿਮੀਨਲ ਐਕਟ ਕਿਸੇ ਡਾਕਟਰ ਵੱਲੋਂ, ਉਹਦੇ ਸਟਾਫ ਵੱਲੋਂ ਕਿਹੜੀ ਹੋ ਸਕਦੀ ਆ? ਔਰ ਤੁਸੀਂ ਹੈਰਾਨ ਹੋਵੋਗੇ, ਵੇਖੋ ਕਿਸ ਤਰੀਕੇ ਦੀ। ਔਰ ਮੈਂ ਗੱਲ ਨੂੰ ਇੱਕ ਵਾਰੀ ਨਹੀਂ ਕਈ ਵਾਰੀ ਉਜਾਗਰ ਕੀਤਾ, ਮਗਰ ਅਫਸੋਸ ਨਾਲ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਕਿਉਂਕਿ ਉਹ ਕਦੇ ਇੱਕ ਪਾਰਕ ਮੇਨਟੇਨ ਕਰ ਦਿੰਦੇ ਆ ਕਿਸੇ ਅਫਸਰ ਦੇ ਜਾਂ ਕਿਸੇ ਵਜ਼ੀਰ ਦੇ ਕਹੇ ਤੇ, ਕਿਸੇ ਨੂੰ ਮੈਡੀਕਲ ਫੈਸਿਲਿਟੀ ਦੇ ਦਿੰਦੇ ਆ। ਉਹਨਾਂ ਦਾ ਸਾਰਾ ਕੇਸ ਹੀ ਉਹਨਾਂ ਦੀ ਮਦਦ ਹੋ ਰਹੀ ਹੈ, ਔਰ ਉਹ ਇਸ ਮਦਦ ਦੇ ਵਿੱਚ ਲੁੱਟ ਕੋ ਸੁੱਟ ਕਰ ਰਹੇ। ਤੁਸੀਂ ਹੈਰਾਨ ਹੋਵੋਗੇ, ਆ ਮੈਂ ਬਿੱਲ ਲੈ ਕੇ ਆਇਆ ਜੀ, ਫਾਰਮੇਸੀ ਸਟੋਰ ਦਾ ਬਿੱਲ ਕਿੰਨੇ ਦਾ ਬਣਿਆ? 8,11,565 ਰੁਪਏ। ਕਿਹੜੀ ਦਵਾਈ ਦੇ ਦਿੱਤੀ ਯਾਰ? ਇਹ ਤਾਂ ਅਮਰੀਕਾ 'ਚ ਕੋਈ ਦਵਾਈ ਨਹੀਂ ਹੈ। PPE ਕਿੱਟਾਂ ਤੇ ਬਾਕੀ ਬਲੱਡ ਟੈਸਟਾਂ ਦਾ 2,40,000 ਰੁਪਏ ਦੇ ਨੇੜੇ ਤੇੜੇ। ਇਸੇ ਤਰ੍ਹਾਂ ਬੈੱਡ ਦੇ ਚਾਰजेस 4,52,000 ਰੁਪਏ। क्रॉस कंसल्टेशन 96,500 रुपये, एक्सरे 40,950 रुपये, जेदा टोटल लाओ 20,46,440 रुपये। हुण मैं मुंडे का नंबर देन लग्या जेड़ा कहंदा कि मेरे बजुर्ग जमा ही तंदुरुस्त सन। और ये मैं एक उदाहरण दिता है, जे तुसी पंजाब की इन्वेस्टिगेशन करो ये जे कई उदाहरण निकल के आउणगे। कई डॉक्टर कई मैडिकल स्टाफ बहुत चंगा काम कर रहे, दिन रात एक कर रहे, 20-20 घंटे ड्यूटी कर रहे, उन्हों का सलाम है, उन्हों का सत्कार है। मगर जे कुछ कालियां भेडां ने उन्हों की सरकार मदद क्यों कर रही है? एज MLA मैं तुहानूं नंबर भी दे रहा, तुसी आप कर लिओ। उन्होंने बंदियां दे आ मुंडे का नंबर है जी, उन्होंने 97,810 17,101 ਤੇ ਉਹਨੂੰ ਪੁੱਛ ਲਿਓ। ਅੱਛਾ ਵੱਡੀ ਗੱਲ ਦੇਖੋ, ਐਡੇ ਸ਼ਾਤਰ ਹੈ, ਸਾਰਾ ਬਿੱਲ ਇਸ ਲਈ ਨਹੀਂ ਬਣਾਇਆ, ਕੁਛ ਉਹਦੇ ਤੋਂ ਕੈਸ਼ ਲੈ ਗਏ। ਇਹ ਜੇ ਤੇ ਤਾਂ ਇਨਕਮ ਟੈਕਸ ਦੀ ਵੀ ਰੇਡ ਹੋਣੀ ਚਾਹੀਦੀ।
कैश इसलिए रह गए क्योंकि कल जे इनकुआयरी भी होगी दिखा देंगे कि नहीं जी अभी तो इन्ना बिल ही नहीं बनाया, मगर वो बंदा हल्फिया बयान सब कुछ देने को तैयार है जिन्हें आपका ब्रैड अर्निंग फादर साहब ते सारा कारोबार खड़ा सी वो सारा ही जाता रहा। ये हालात वो बनाए और ये जे किन्ने एग्जाम्पल आ रहे अज अज भूंदड़ पिंड है मुक्तसर जिले च, एक पिंड की उन्होंने कितने सही तरीके नाल जिम्मेवारी विखाई, पिंड वालियां ने उन्हें टेस्टिंग कराती, मोर दैन 50% पिंड इन्फेक्टेड निकलिया, तो फिर की बाजू पिछे। और ये हालात पिंड पिंड के बने मगर सरकार वालों हत्थ खड़े आ। सरकार तो इतने कामा रौली पाई बैठी है, मतलब कोई कहता ठोको ताली, वो कहता मैनू कुर्सी मिल जे, दूजे कहते साडे तो कुर्सी जावे ना, इत्थे सिर्फ विजिलेंस दीयां इनकुआयरियां जां इनू मरा दबका दिओ उन्होंने दबका दिओ। लोगों के आपे तापी मची पई है, लोगों की जिंदगी मौत का सवाल बनया पिया। सरकारां दुनिया भर दीयां सरकारां कोविड नूं लड़ाई लड़ रही मगर इत्थे पंजाब च सोनिया गांधी राहुल गांधी की कांग्रेस अपनी लड़ाई च लगी है, अपनी सीट कुर्सी अपनी सरकार बचाने ते लगी है। लोगों का इन्हां नूं कोई फिक्र डर एक रत्ती भर नहीं है। ਜਾ ਰਹੇ ਨੇ ਤੇ ਕੀ ਲੱਗ ਨਹੀਂ ਰਿਹਾ ਕਿ ਅੱਜ ਜਿਹੜੀ ਸਾਰੀ ਕਾਂਗਰਸ ਹੈਗੀ ਆ ਕੁਰਸੀ ਦੀ ਲੜਾਈ ਲੜਨ ਦੇ ਵਿੱਚ ਲੱਗੀ ਹੋਈ ਆ। ਇੱਕ ਵੀ ਲਫ਼ਜ਼ ਅੱਜ ਤੱਕ ਜਿਹੜੇ ਟਵੀਟ ਕਰਦੇ ਨੇ ਟਵਿੱਟਰ ਤੇ ਸਿੰਪਥੀ ਵਾਈਜ਼ ਨਹੀਂ। पंजाब च जिहड़ी मौजूदा कांग्रेस है, चाहे वो ठोको ताली ग्रुप है, चाहे वो होर कोई है, चाहे वो चीकू सीताफल ग्रुप है, एक कल्ला आप दी कुर्सी बचाउण ते लगे। लोकां नाल भावें वो मीटू है, लोकां नाल हमदर्दी दी एक ट्वीट, लोकां दी किसे दा छोटे छोटे न्याणे 20-20 साल के पुत्तर किसी ने दोवें गवा लए, परिवार दे परिवार खत्म हो गए आ। किसी नूं ये हालात बन गए कि संस्कार करन नूं घर च कोई नहीं। आ हालात फोटो वेख ली, कोई ऑटो रिक्शा च डैड बॉडी जा रही ने, पिंड च संस्कार करन दी जगह एक दी जगह दो उन्हां नूं शमशान घाट 3 बनाने पै रहे हैं। मगर सरकार वालों लोकां प्रति कोई हमदर्दी, कोई सुधार, कोई इस कोविड महामारी च जिवें देश ऐनू जा रहा, पंजाब ऐनू जा रहा, उन्होंने सुधारन लई एक बयान एक ट्वीट जे आया होवे मैनू दस दिओ। ऑक्सीजन की घाट करके वेंटिलेटर चलाउण वाला नहीं, ब्लेम गेम चल रही है। सेंटर कहता तुसीं नहीं वेखे, जे उन्होंने वेंटिलेटर गलत भेजे सी, जिस दिन भेजे सी उस दिन मोड़ देंदे। वेंटिलेटर चलाउण नूं तुहाडे कोल बंदा नहीं, फिर तुसीं प्राइवेट हस्पताल ते मड़न की कोशिश कर रहे हो। प्राइवेट हस्पताल कई वधिया काम कर रहे हैं मगर बड़े इहो जे भी ने कुछ कालियां भेडां जिहड़ियां लुट खो ते इस कोविड नूं कमाई का साधन बना रही है, करोड़पति बनन की अपॉर्चुनिटी भाल रही है। इहदे उन्हां दे लाइसेंस क्यों नहीं कैंसल हो रहे। एक डॉक्टर जिहड़ा चलो 99% डॉक्टर चंगा काम कर रहे हो, उन्हां दी शलाघा होनी चाहिए, उन्हां दी 20 घंटे ला रहे, मगर जिहड़ा एक गड़बड़ कर रहा है उन्हां दे किहड़े नूं फड़ के अंदर दिता इन्हां ने। दे तेरे दी ले तेरे दी सीटियां दियां सीटियां करी जांदे। ये की क्या ICMR की गाइडलाइन जे वध सीटी कला लोगे तां भी इट्स डेंजरस टू योर हेल्थ। हर जगह एक्सटॉर्शन चल रही है। तो मैं जिहड़ा हैल्थ मिनिस्टर साहब ने ठेकेदार साहब उन्हां दी मैं बयान पढ़ रहा सीगा, उन्हां नूं फिकर साडा हैल्थ बारे नहीं बयान दिता, बयान दे रहे हो सुखबीर जी ने आ गल कही थी। जस्ट शोज की प्रायोरिटीज की ने इन्हां दी, लोकां दा फिक्र ही नहीं बनाया तुहानूं लोकां ने सी। करोना महामारी दुनिया की चुनौती ते इन्हां नूं आप दे ठोको ताली नूं सीताफल चीकू नूं आप दी कुर्सी बचाउण तो काम लग्या। ये अमनदीप हॉस्पिटल है जी, ये कुछ महीने पहला दा केस है। मैं पहला भी उजागर किया मगर अज मैं तो आप कह रहा, मगर मैं फ्रस्ट्रेशन दस रहा। ये तो मेरे को केस आया सी, मैं उन्होंने नहीं इंसाफ दवा सकिया क्योंकि उन्हों की मदद सरकार कर रही है।
ਅੱਜ ਉਹਨਾਂ ਦੇ ਬੱਚੇ ਲਿਟਰਲੀ ਕਹਿ ਰਹੇ ਆ ਕਿ ਸਾਡਾ ਬਜ਼ੁਰਗ ਦੀ ਵੀ ਡੈਥ ਹੋ ਗਈ, ਸਾਡਾ ਦਿਵਾਲੀਆ ਵੀ ਨਿਕਲ ਗਿਆ। 21 ਲੱਖ ਦਾ ਜੇ ਕਿਸੇ ਨੇ ਬਿੱਲ ਬਣਾਇਆ ਹੈ, ਕਿਉਂ ਨਹੀਂ ਉਹਦੇ ਖਿਲਾਫ ਐਕਸ਼ਨ ਹੋ ਰਿਹਾ? ਔਰ ਇਹ ਜੇ ਕਈ ਨੇ ਹੋਰ, ਜੇ ਤੁਸੀਂ ਇਨਕੁਆਇਰੀ ਕਰੋ ਜਿਨ੍ਹਾਂ ਨੂੰ ਇਸ ਤਰੀਕੇ ਨਾਲ ਐਕਸਟੋਰਟ ਕੀਤਾ ਜਾ ਰਿਹਾ, ਜਿਹੜੇ ਚੰਗਾ ਕੰਮ ਕਰ ਰਹੇ ਉਹਨਾਂ ਦਾ ਸਨਮਾਨ ਹੋਣਾ ਚਾਹੀਦਾ। ਮਗਰ ਜਿਹੜਾ ਅੱਜ ਕਰੋਨਾ ਦੀ ਆੜ 'ਚ ਪ੍ਰੋਫਿਟ ਮੇਕਿੰਗ ਤੇ ਲੱਗੇ ਆ, ਫਿਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ। ਕਿਉਂ ਨਹੀਂ ਬੰਦਾ ਹਸਪਤਾਲ ਜਾ ਕੇ ਰਾਜੀ? ਉਹ ਕਹਿੰਦਾ ਮੈਂ ਤਾਂ ਪਹਿਲਾਂ ਹੀ ਹਿਸਾਬ ਕਿਤਾਬ ਦੀ ਮੇਰੀ ਕਮਾਈ ਆ, ਮੈਂ ਤਾਂ ਮਰ ਜੂੰ, ਬਿੱਲ ਦੇ ਕੇ ਮੈਂ ਉਹੀ ਨਿਕਲ ਮਰ ਜੂੰ। ਇਹ ਹਾਲਾਤ ਬਣ ਗਏ। ਦੈਟ ਇਜ਼ ਵਾਈ ਪੰਜਾਬ ਡਾਊਨ ਸਲਾਈਡ ਵੱਲ ਜਾ ਰਿਹਾ। ਦੈਟ ਇਜ਼ ਵਾਈ ਪੰਜਾਬ ਦੇ ਹਾਲਾਤ ਅੱਜ ਵਿਗੜ ਰਹੇ ਆ। ਕੌਨਫੀਡੈਂਸ ਬਿਲਡਿੰਗ ਦੀ ਲੋੜ ਹੈ, ਕੋਆਪਰੇਸ਼ਨ ਦੀ ਲੋੜ ਹੈ, ਇੱਕ ਦੂਜੇ ਤੇ ਟਰਸਟ ਦੀ ਲੋੜ ਹੈ। ਮਗਰ ਸਰਕਾਰ ਤਾਂ ਕੁਰਸੀ ਬਚਾਉਣ ਤੇ ਕੁਰਸੀ ਇੱਕ ਕਹਿੰਦਾ ਮੈਂ ਬਣ ਜਾ, ਇੱਕ ਕਹਿੰਦਾ ਮੈਂ ਛਿੱਟ ਦਿਆਂ। ਕੰਮ ਇਸ ਤੇ ਕੰਮ ਲੱਗਿਆ ਹੋਇਆ ਜ਼ੋਰ। ਲੋਕਾਂ ਦਾ ਕੀ ਦੂਆ? ਉਹ ਤੁਹਾਨੂੰ ਸਭ ਪਤਾ, ਤੁਸੀਂ ਸਾਰੇ ਰਾਤ ਸੱਚ ਕੇ ਤਾਂ ਰਾਤ ਸੌਂਦੇ ਹੋ। ਵੀਡੀਓ ਤੁਹਾਡੇ ਚੋਂ ਕਿਹੜਾ ਜਿਹਨੇ ਉਹ ਵੀਡੀਓ 100 ਵਾਰੀ ਨਹੀਂ ਵੇਖੀ ਹੈ ਜੀ? ਉਹ ਜੇ ਤੁਹਾਨੂੰ ਚੀਕੂ ਸੀਤਾਫਲ ਦਾ ਨਹੀਂ ਨਾ ਪਤਾ, ਫਿਰ ਤੁਸੀਂ ਵੀ ਪੰਜਾਬ ਛੱਡ ਜਾਓ। ਮੈਂ ਤੁਹਾਨੂੰ ਗੁੱਸਾ ਨਾ ਕਰਿਓ ਮੇਰੀ ਗੱਲ ਦਾ। ਜਿਸ ਤਰ੍ਹਾਂ ਦੀ ਅੱਜ ਰਾਜਨੀਤੀ ਚੱਲ ਰਹੀ ਹੈਗੀ ਆ ਜੀ, ਲੋਕ ਪਹਿਲਾਂ ਵੀ ਮੈਂ ਕਿਹਾ ਵੀ ਲੋਕਾਂ ਦੀਆਂ ਡੈਥਸ ਵੀ ਬਹੁਤ ਜ਼ਿਆਦਾ ਹੋ ਰਹੀਆਂ ਹੈਗੀਆਂ ਨੇ, ਤਾਂ ਤੁਹਾਨੂੰ ਲੱਗ ਨਹੀਂ ਰਿਹਾ ਹੈਗਾ ਕਿ ਲੋਕਾਂ ਦੇ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ, ਜਾਂ ਸਿਰਫ ਕੁਰਸੀ ਹੋਈ ਇੱਕ ਹੀਲਾ ਵਸੀਲਾ ਰਹਿ ਗਿਆ? ਨਹੀਂ, ਮੈਂ ਤਾਂ ਬਾਰ-ਬਾਰ ਕਹਿ ਰਿਹਾ ਜੀ, ਕਾਂਗਰਸ ਸਰਕਾਰ ਤਾਂ ਅੱਜ ਵੀ ਡਿੱਗ ਸਕਦੀ ਹੈ, ਕੱਲ ਵੀ ਡਿੱਗ ਸਕਦੀ ਹੈ, ਪਰਸੋਂ ਵੀ ਡਿੱਗ ਸਕਦੀ ਹੈ, ਕਿਸੇ ਦਿਨ ਡਿੱਗ ਸਕਦੀ ਹੈ। ਮਗਰ ਲੋਕਾਂ ਦਾ ਫਿਕਰ ਤਾਂ ਹੈ ਹੀ ਨਹੀਂ ਨਾ। ਜਦ ਕਿ ਇਹਨਾਂ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ ਲੜਾਈ ਲੜਾਂਗੇ ਕਰੋਨਾ ਦੇ ਖਿਲਾਫ। ਇਹ ਤਾਂ ਲੜਾਈ ਲੜ ਰਿਹਾ ਆਪ ਦੀ ਕੁਰਸੀ ਬਚਾਉਣ ਦੀ। ਕੋਈ ਕੁਰਤੇ ਦਾ ਮੈਂ ਮੁੱਖ ਮੰਤਰੀ ਬਣ ਜਾਣਾ, ਉਹ ਕਹਿੰਦਾ ਮੈਂ ਬਣ ਨਹੀਂ ਦੇਣਾ। ਪ੍ਰਗਟ ਸਿੰਘ ਤੁਹਾਡੇ ਨਾਲ ਵੀ ਰਹੇ ਆ, ਤੁਹਾਡੇ ਵੀ ਸਾਥੀ ਰਹੇ ਆ। ਪ੍ਰਗਟ ਸਿੰਘ ਕਹਿੰਦੇ ਕਿ ਮੈਨੂੰ ਸਰਕਾਰ ਨੇ ਧਮਕੀ ਦੇ ਦਿੱਤੀ, ਮੁੱਖ ਮੰਤਰੀ ਨੇ ਆਪਦੇ ਸਲਾਹਕਾਰ ਨੇ ਧਮਕੀ ਦਿੱਤੀ। ਦੇਖੋ, ਸਾਥੀ ਸਾਡੇ ਸਾਰੇ ਹੀ ਰਹੇ। ਇਹ ਜਿਹੜੇ ਤੁਸੀਂ 2-3 ਇੰਟਰਵਿਊ ਤੂੰ ਕਰਕੇ ਆਇਆ ਮੇਰਾ ਵੀਰ, ਉਹ ਸਾਰੇ ਸਾਡੇ ਸਾਥੀ ਰਹੇ। ਇੱਕ ਤਾਂ ਮਿਲਦਾ ਨਹੀਂ, ਉਹ ਜਿਹੜਾ ਬਾਬਾ ਰਾਮ ਰਹੀਮ ਦਾ ਚੇਲਾ, ਰਾਧੇ ਮਾਂ ਦਾ ਚੇਲਾ, ਉਹ ਆਪਦੀ ਗੱਲ ਸੁਣਾਉਂਦਾ, ਸੁਣਾ ਕੇ ਪਤਾ ਨਹੀਂ ਫਿਰ ਭੱਜ ਜਾਂਦਾ। ਉਹਨੂੰ ਰਾਧੇ ਮਾਂ ਦੇ ਚੇਲੇ ਨੂੰ ਮੈਂ ਪਹਿਲਾਂ ਉਹਦੀ ਗੱਲ ਕਰ ਲਾਂ, ਫਿਰ ਮੈਂ ਇੱਥੇ ਵੀ ਆਊਂ। ਪ੍ਰਗਟ ਸਿੰਘ ਆ ਰਾਧੇ ਮਾਂ ਦੇ ਚੇਲੇ ਨੂੰ ਕੁਛ ਦਿਨ ਪਹਿਲਾਂ ਆ ਸਾਡੇ ਬੈਂਸ ਸਾਹਿਬ ਨੇ ਮੈਨੂੰ ਲੱਗਦਾ ਉਹ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਕਿਹਾ ਅਸੀਂ ਚੈਲੰਜ ਕਰਦੇ ਹਾਂ। ਕਿਉਂਕਿ ਦੇਖੋ ਇਹ ਚੈਲੰਜ ਕਿਉਂ ਦੇਣਾ ਪਿਆ, ਮਹੀਨਾ ਅਸੀਂ ਸੁਣੀ ਗਏ ਹਾਂ। ਸਾਨੂੰ ਵੀ ਸੀਗਾ ਕਿ ਕਰੋਨੇ ਦੀ ਗੱਲ ਕਰੂ ਕੋਈ, ਜੋ ਪੰਜਾਬ ਦੇ ਗਰਾਊਂਡ ਰਿਐਲਿਟੀਜ਼ ਨੇ, ਜੋ ਅਸਲੀਅਤ ਦੇ ਹਾਲਾਤ ਹੈ, ਉਹਦੀ ਗੱਲ ਕੋਈ ਕਰੂ। ਉਹਦੀ ਗੱਲ ਤੇ ਤਾਂ ਆਉਂਦੇ ਨਹੀਂ ਸੀ। ਕੱਲਾ ਕੁਰਸੀ ਮਿਲ ਜੇ, ਜਿਵੇਂ ਮਰਜ਼ੀ ਮਿਲ ਜੇ, ਉਹਦੀ ਗੱਲ ਕਰਦੇ ਸੀ। ਇਹ ਜਿਹੜਾ ਰਾਧੇ ਮਾਂ ਦਾ ਚੇਲਾ, ਮੈਂ ਕਿਉਂ ਕਹਿ ਰਿਹਾ, ਹੁਣੇ ਵੀਡੀਓ ਵਿਖਾ ਦੂੰ, ਤੁਹਾਡੀ ਵੀ ਸੰਤੁਸ਼ਟੀ ਹੋ ਜੂ। ਇਹ ਕੱਲਾ ਰਾਧੇ ਮਾਂ ਦਾ ਚੇਲਾ ਨਹੀਂ, ਇਹ ਆਸਾ ਰਾਮ ਦਾ ਵੀ ਚੇਲਾ, ਇਹ ਆਪਣਾ ਇਹਦਾ ਸੌਦੇ ਸਾਧ ਦਾ, ਇਹ ਰਾਮ ਰਹੀਮ ਦਾ ਵੀ ਚੇਲਾ, ਤੇ ਇਹਦਾ ਬਾਪੂ ਭਗਵੰਤ ਸਿੰਘ, ਇਹ ਉਹ ਬਾਬੇ ਦਾ ਚੇਲਾ ਜਿਹਦਾ ਇਹਨੇ ਕੇਸ ਲੜਿਆ ਸੀਗਾ ਨਿਰੰਕਾਰੀਆਂ ਦਾ। ਮਤਲਬ ਇਹਨੇ ਤਾਂ ਕੋਈ ਛੱਡਿਆ ਹੀ ਕੋਈ ਨਹੀਂ ਨਾ। ਜਿਵੇਂ ਬਾਪ ਬਦਲਦਾ, ਉਸ ਤਰ੍ਹਾਂ ਬਾਬਾ ਵੀ ਆਪਦਾ ਇਹ ਮਿੰਟੋ ਮਿੰਟੀ ਜਦੋਂ ਕਿਵੇਂ ਸ਼ੂਟ ਕਰਦਾ, ਉਹ ਮੈਂ ਤੁਹਾਨੂੰ ਵੀਡੀਓ ਵਿਖਾ ਦੇਣਾ, ਤੁਹਾਡੀ ਤਸੱਲੀ ਹੋ ਜੂ। ਇਹਨੂੰ ਰਾਧੇ ਮਾਂ ਦੇ ਚੇਲੇ ਨੂੰ ਅਸੀਂ ਕਿਹਾ, ਬਾਬੇ ਰਾਮ ਰਹੀਮ ਦੇ ਚੇਲੇ ਨੂੰ ਕਿਹਾ ਕਿ ਦੇਖੋ, ਸਭ ਨੂੰ ਕਿਹਾ ਕਿ ਇਹ ਕੰਮ ਛੱਡ ਦਿਓ, ਕਰੋਨਾ ਦਾ ਫਿਕਰ ਕਰ ਲਓ। ਨਹੀਂ, ਫਿਰ ਅਸੀਂ ਕਿਹਾ ਯਾਰ ਅਸੀਂ ਚੈਲੰਜ ਹੀ ਦਿੰਨੇ ਆ, ਜਿਹਦੇ ਕੋਲ ਜੋ ਕੁਛ ਹੈ ਤੇ ਲਿਆ ਕੇ ਕੋਰਟ 'ਚ ਦੇ ਦਿਓ। 4.5 ਸਾਲ ਹੋ ਗਏ ਤੁਹਾਨੂੰ ਇਹ ਤੇ ਪੋਲਿਟਿਕਸ ਕਰਦਿਆਂ ਨੂੰ। ਕੀ ਪੋਲਿਟਿਕਸ ਹੀ ਤੁਹਾਡਾ ਕੰਮ? ਕੋਈ ਲੋਕਾਂ ਦਾ ਨਾ ਤਾਂ ਤੁਸੀਂ ਕੋਈ ਵਾਅਦਾ ਪੂਰਾ ਕਰੋ, ਨਾ ਲੋਕਾਂ, ਨਾ ਐਸਸੀ ਭਾਈਚਾਰੇ ਪ੍ਰਤੀ ਤੁਹਾਡੀ ਕੋਈ ਵਾਅਦੇ ਪੂਰਤੀ ਹੋਈ, ਨਾ ਕਿਸਾਨਾਂ ਪ੍ਰਤੀ ਹੋਈ, ਨਾ ਨੌਜਵਾਨਾਂ ਪ੍ਰਤੀ ਹੋਈ। ਕੱਲਾ ਕੇਵਲ ਤੇ ਕੇਵਲ ਜਦੋਂ ਉੱਠਦੇ ਆ, ਜਦੋਂ ਵੇਖਿਆ ਕਿ ਹੁਣ ਕੁਰਸੀ ਚਾਹੀਦੀ, ਆਪਦੀ ਸਿਆਸਤ ਘੋਟਣੀ ਸ਼ੁਰੂ ਕਰ ਦਿੰਦੇ। 2 ਇਹਨਾਂ ਨੇ ਉਦਾਹਰਨ ਦਿੱਤੇ। ਔਰ ਮੈਂ ਵੇਖ ਰਿਹਾ ਸੀ ਕਿ ਕਈ ਤੁਹਾਡੇ ਚੋਂ ਵੀ, ਤੁਸੀਂ ਬੜੇ ਸਿਆਣੇ ਸੂਝਵਾਨ ਹੋ, ਪਤਾ ਨਹੀਂ TRP ਦੇ ਚੱਕਰ 'ਚ ਤੁਸੀਂ ਵੀ ਕਈ ਵਾਰੀ ਪਲਟੀ ਖਾ ਜਾਂਦੇ ਹੋ। ਉਹ ਜਿਹੜੀ ਚੀਜ਼ਾਂ ਤੁਹਾਨੂੰ ਵਿਖਾਉਂਦਾ ਹੈ, ਉਹ ਕੀ ਤੁਸੀਂ ਸਮਝਦੇ ਹੋ ਜੱਜ ਸਾਹਿਬ ਨੇ ਨਹੀਂ ਵੇਖ ਲਈਆਂ? ਮੈਂ ਤੁਹਾਨੂੰ ਹੁਣ ਉਹ ਦੱਸ ਵੀ ਦਿੰਦਾ। ਆ ਪਹਿਲਾਂ ਤਾਂ ਇੱਕ ਗੱਲ ਕਰਦਾ, ਆ ਜਿਹੜਾ ਉਹਨਾਂ ਦਾ
हैंड पिक्ड तोता। देखो मैं जज साहिबाना की बड़ी सत्कार करदा, मगर एक कमीशन हुंदा जिहड़ा इंडिपेंडेंट तरीके नाल चीफ जस्टिस लावे। एक हुंदा कि तुसी सारे पत्रकार बैठे हो, तुहाडे चों मैनूं किहड़ा चंगा लगदा है ते फिर मैं उहनूं कह दियां ते फिर उहनूं कहां हुण तूं यही कहानी पाई जिहड़ी मैं तैनूं पै रिहा, ते फिर वो हैंड पिक्ड ही होया ना। इसे तरह इन्हां दा हैंड पिक्ड इन्हां ने तोता भाईया साहब रंजीत सिंह। और देखो किस हद तक असी साडी गल तां देखो रब दे रंग बड़े आ, सच्चे पातशाह ने सब दे चेहरे नंगे करते। तुसी कदे सुनिया ਜਿਹੜਾ कमीशन तो ਲੱਥ ਗਿਆ ਹੋਵੇ ਉਹ कैबिनेट मीटिंग 'ਚ ਬੈਠਿਆ ਸੀ? ਤੁਸੀਂ ਕਦੇ ਇਹ ਗੱਲ ਸੁਣੀ ਅੱਜ ਤੱਕ ਕਿ ਕੋਈ ਇੰਡੀਪੈਂਡੈਂਟ ਬੰਦਾ ਹੋਵੇ, MLA ਦੀ ਮੀਟਿੰਗ ਚੱਲ ਰਹੀ ਹੈ ਉੱਥੇ ਆਪਣਾ ਚੀਕੂ ਸੀਤਾਪਲ ਦੇ ਗ੍ਰਹਿ 'ਚ, ਤੇ ਉੱਥੇ ਇਹ ਵਿੱਚ ਬੈਠੇ ਹੋਣ ਦੋਵੇਂ ਜੱਜ, ਤੇ ਇਹ ਤੋਂ ਕੀ ਸਮਝ ਆਉਂਦੀ ਹੈ ਕਿ ਕੀ ਉਹਦੇ 'ਚ ਕੋਈ ਇੰਡੀਪੈਂਡੈਂਸ ਰਹਿ ਗਈ? ਹੀ ਇਜ਼ ਅ ਪੇਡ ਮੈਨ। ਉਹਨੂੰ ਤਨਖਾਹ ਦਿੱਤੀ ਜਾਂਦੀ ਹੈ, ਔਰ ਤਨਖਾਹ ਇਸ ਲਈ ਦਿੱਤੀ ਜਾਂਦੀ ਹੈ ਕਿ ਜੋ ਕਾਂਗਰਸ ਭਵਨ 'ਚ ਅਸੀਂ ਕਹਿ ਦਈਏ ਤੂੰ ਉਹ ਕੰਮ ਕਰਨਾ। ਉਹਨੇ ਵੀ ਰਿਪੋਰਟ ਬਣਾਈ, ਬਹੁ ਚਰਚਿਤ ਰਿਪੋਰਟ, ਔਰ ਉਹਦੀ ਰਿਪੋਰਟ ਵੈਸੇ ਤਾਂ ਤੁਸੀਂ ਸਾਰੀ ਪੜ੍ਹੀ, ਰਿਪੋਰਟ ਵਿਖਾਈ ਮੈਨੂੰ, ਆ ਮੈਂ ਰਿਪੋਰਟ ਤੁਹਾਨੂੰ ਵਿਖਾਈ ਦਿੰਦਾ। ਪੜ੍ਹੀ ਤਾਂ ਤੁਸੀਂ ਸਾਰੀ ਆ, ਮਗਰ ਤੁਸੀਂ ਵੀ ਕਈ ਵਾਰੀ ਭੁੱਲ ਜਾਂਦੇ ਹੋ। ਵੈਸੇ ਇਹ ਕਰੋਨਾ ਦਾ ਇੱਕ ਸਾਈਡ ਇਫੈਕਟ ਹੈ ਕਿ ਭੁੱਲ ਜਾਂਦਾ ਬੰਦਾ, ਕਹਿੰਦੇ ਬ੍ਰੇਨ ਥੋੜੀ ਧੁੰਦ। ਆਹ ਰਿਪੋਰਟ ਸੀ। ਹੁਣ ਇਹਦੇ 'ਚ ਪੇਜ ਨੰਬਰ 50 ਪੜ੍ਹ ਲਿਓ। ਪੇਜ ਨੰਬਰ 50 'ਚ ਕੀ ਕਿਹਾ? This witness would state that when apprised about the situation and proposed action by the police, Chief Minister had agreed with district administration that police should not use force to lift dharna and protesters be allowed to continue with dharna। ਆਪ ਲਿਖਦੇ ਆ ਭਾਈਆ ਜੀ ਇਹਨਾਂ ਦੇ, ਜਿਨ੍ਹਾਂ ਦੇ ਤੁਸੀਂ ਕੇਜਡ ਪੈਰਟ ਕਹਿ ਲਓ ਜਾਂ ਇਹਨਾਂ ਦੀ ਸੈਬਸਟਾਈਲਡ ਕਮਿਸ਼ਨ ਕਹਿ ਲਓ, ਹੈਂਡ ਪਿਕਡ ਕਹਿ ਲਓ, ਜੋ ਮਰਜ਼ੀ ਲਫ਼ਜ਼ ਵਰਤ ਲਓ, ਉਹਨਾਂ ਨੂੰ ਵੀ ਮਜਬੂਰੀ ਸੱਚਾਈ ਲਿਖਣੀ ਪੈ ਗਈ ਕਿ ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਸੀ ਕਿ ਇਹਨਾਂ ਨੂੰ ਸ਼ਾਂਤਮਈ ਬੈਠੇ ਰਹਿਣ ਦਿਓ, ਕਿ ਇਹਨਾਂ ਦੇ ਖਿਲਾਫ ਫੋਰਸ ਨਾ ਯੂਜ਼ ਕਰਿਓ। ਉਹਨਾਂ ਦੇ ਲਫ਼ਜ਼ ਹੈ, ਪੇਜ ਨੰਬਰ 50 ਕੱਢ ਲਿਓ, ਰਿਫਰੈਸ਼ ਯੋਰ ਮੈਮਰੀ। ਔਰ ਉਹਦੇ ਬਾਅਦ ਉਹ ਫਾਈਨਲ ਰეკਮੈਂਡੇਸ਼ਨ ਹਰ ਕਮਿਸ਼ਨ ਦਿੰਦਾ ਹੈ, ਪੇਜ ਨੰਬਰ 179 ਐਂਡ 180। ਦੱਸੋ ਉਸ ਰეკਮੈਂਡੇਸ਼ਨ 'ਚ ਕਿੱਥੇ ਕਿਹਾ ਕਿ ਬਾਦਲ ਸਾਹਿਬ ਜਾਂ ਸੁਖਬੀਰ ਜੀ ਦਾ ਕੋਈ ਸੀ? ਬਾਰ-ਬਾਰ ਇਹ ਕਹਿੰਦੇ ਰਣਜੀਤ ਸਿੰਘ ਦੀ ਪੜ੍ਹ ਲਓ, ਰਣਜੀਤ ਸਿੰਘ। ਉਹਨੇ ਤਾਂ ਆਪ ਨਹੀਂ ਕਿਹਾ, ਉਹ ਤਾਂ ਆਪ ਬਾਦਲ ਸਾਹਿਬ ਨੂੰ ਐਗਜ਼ੋਨਰੇਟ ਕਰ ਰਹੇ, ਇੱਕ ਤਰੀਕੇ ਨਾਲ ਕਹਿ ਰਹੇ ਕਿ ਨਹੀਂ ਉਹਨਾਂ ਦੀ ਕੋਈ ਇਹਦੇ 'ਚ ਕੰਮ, ਉਹਨਾਂ ਨੇ ਕਦੇ ਵੀ ਨਹੀਂ ਕਿਹਾ ਯੂਜ਼ ਆਫ ਫੋਰਸ। ਫਿਰ ਇਹਨਾਂ ਨੇ SIT ਬਣਾਈ। ਹੁਣ SIT ਵੀ ਦੇਖੋ, ਅਫਸਰ ਤਾਂ ਬੜੇ ਸੀ ਕਾਬਲ। SIT ਲਈ ADGP DGP ਦੀ ਇਹ ਪੰਜਾਬ ਪੁਲਿਸ ਟੌਪ ਹੈਵੀ ਫੋਰਸ ਹੈ, ਭਰਮਾਰ ਹੈ ਇੱਥੇ, ਮਗਰ ਇਹਨਾਂ ਨੇ ਸਾਰੇ ਪਾਸੇ ਕਰਤੇ। ਪ੍ਰਬੋਧ ਕੁਮਾਰ ਨੂੰ ਪਹਿਲਾਂ ਲਾਇਆ, ਫਿਰ ਪਾਸੇ ਕਰਤਾ। IG ਸਾਹਿਬ ਨੂੰ, ਆਪਣੇ ਅਰਨਪਾਲ ਜੀ ਨੂੰ ਲਾਇਆ, ਪਾਸੇ ਕਰਤਾ। ਹੈਂਡ ਪਿਕਡ ਮਤਲਬ ਕਿ ਜੋ, ਅੱਛਾ ਹੈਂਡ ਪਿਕਡ ਬਾय ਹੂਮ, ਇਹ ਬੜੀ ਜ਼ਰੂਰੀ ਗੱਲ ਹੈ। ਜਿਹੜਾ ਰਣਜੀਤ ਸਿੰਘ ਭਾਈਆ ਜੀ ਦੇ ਸਤਿਕਾਰਯੋਗ ਨੇ, ਉਹ ਹੈਂਡ ਪਿਕਡ ਬਾय ਖੈਰਾ, ਸੁੱਖੀ ਰੰਧਾਵਾ, ਨਵਜੋਤ ਸਿੱਧੂ, ਕੈਪਟਨ ਅਮਰਿੰਦਰ ਸਿੰਘ। ਇਹ ਹੈਂਡ ਪਿਕਡ ਬਾय ਕੈਪਟਨ ਅਮਰਿੰਦਰ ਸਿੰਘ, ਸੁੱਖੀ ਰੰਧਾਵਾ, ਨਵਜੋਤ ਸਿੱਧੂ, ਠੋਕਰ ਤਾਲੀ ਐਂਡ ਖੈਰਾ, ਐਂਡ ਜਿਹੜੇ ਸਾਰੇ ਉਹ 16 ਕਰੋੜੀ ਬਾਬੇ, ਸਭ ਦੀ ਮਨਪਸੰਦ ਇਹ ਮੱਖੀ ਪ੍ਰਤਾਪ ਸਿੰਘ ਲਾਤਾ। ਮਗਰ ਉਹਦਾ ਕੀ ਰਿਜ਼ਲਟ ਨਿਕਲਿਆ? ਉਹਨੇ ਵੀ ਰਿਪੋਰਟ ਦਿੱਤੀ, ਕੋਰਟ 'ਚ ਦਿੱਤੀ। ਦੇਖੋ ਤੁਸੀਂ ਕੀ ਕਹਿ ਰਹੇ ਹੋ, ਮੈਂ ਕੀ ਕਹਿ ਰਿਹਾ। ਔਰ ਉਹ ਵੀਡੀਓ ਜਿਹੜੀ ਇਹਨੇ ਚੈਲੰਜ ਤੋਂ ਬਾਅਦ ਇੱਕ ਵੀਡੀਓ ਚਲਾਈ, ਉਹ ਵੀਡੀਓ ਵੀ ਕੋਰਟ 'ਚ ਗਈ। ਔਰ ਮੈਂ ਪੜ੍ਹਦੇ ਆ ਤੁਹਾਨੂੰ ਆਹ ਵੀਡੀਓ on page 81, CCTV and video footage seen by High Court, also part of challan, yet challan cost investigation by Kumar Vijay Pratap set aside। मतलब कि ਇਹ ਜੋ ਇਹ ਬਾਰ-ਬਾਰ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਇਹ ਸਾਰਾ ਕੁਝ ਕੋਰਟ 'ਚ ਗਿਆ। ਔਰ ਸਾਰਾ ਕੁਝ ਵੇਖਣ ਤੋਂ ਬਾਅਦ ਜੱਜ ਸਾਹਿਬ ਨੇ ਆਪਦੀ ਤਸੱਲੀ ਕਰ ਲਈ ਔਰ ਸੈਟ ਅਸਾਈਡ ਕਰਤਾ। ਮੈਂ ਨਾ ਮਾਨੂੰ, ਜਦ ਤਾਂ ਆਵੇ ਫੈਸਲਾ ਹਾਈ ਕੋਰਟ, ਸੁਪਰੀਮ ਕੋਰਟ ਦਾ ਇਹਨਾਂ ਵਾਸਤੇ
ਫਿਰ ਬੜਾ ਸਰਵੋੱਚ ਅਦਾਲਤ ਦੇ ਫੈਸਲਾ ਆ ਗਿਆ ਜੀ ਹੁਣ ਤਾਂ ਬਹੁਤ ਚੰਗਾ ਕੋਰਟ ਹੈ। ਤੇ ਜੇ ਆ ਜੇ ਕਿਸੇ ਹੋਰ ਲਈ ਫੈਸਲਾ ਤੇ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਫਿਰ ਉਹ ਮਾੜਾ ਹੋ ਗਿਆ। ਔਰ ਇਸੇ ਤਰੀਕੇ ਨਾਲ ਫਿਰ ਇਹ ਗੱਲ ਕਰਦੇ ਆ ਫੋਨਾਂ ਦੀ। ਫੋਨਾਂ 'ਚ ਕੀ ਕਿਹਾ ਜੱਜ ਸਾਹਿਬ ਨੇ ਕਿ ਜੇ ਫੋਨ ਤੇ ਗੱਲ ਕਰਨੀ ਗੁਨਾਹ, ਫਿਰ ਆਉਣ ਵਾਲੇ ਸਮੇਂ 'ਚ ਸਾਰੇ CMs, all ministers will be held responsible, will be criminally liable। ਇਹ ਗੱਲ ਨਹੀਂ ਹੋ ਸਕਦੀ। ਔਰ ਉਹਨਾਂ ਨੇ ਜਲ ਕੇ ਇਹ ਹੱਦ ਤੱਕ ਗਏ, CM ਪ੍ਰਕਾਸ਼ ਸਿੰਘ ਜੀ ਬਾਦਲ was alive to the situation। ਇਹ ਨਹੀਂ ਇੱਥੇ ਚੀਕੂ ਸੀਤਾਫਲ ਵਾਂਗੂ ਸੁੱਤੇ ਪਏ ਆ ਲੋਕ, ਇੱਥੇ ਧੜਾ ਧੜ ਪੰਜਾਬ 'ਚ ਡੈੱਡ ਬੋਡੀਆਂ ਦਾ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਢੇਰ ਲੱਗ ਰਿਹਾ ਤੇ ਇਹ ਆਪਦੇ ਘਰ 'ਚੋਂ ਨਹੀਂ ਨਿਕਲ ਰਹੇ ਬਾਹਰ। ਬਾਦਲ ਸਾਹਿਬ was alive to the situation। ਔਰ ਅੱਗੇ ਜਾ ਕੇ ਗੱਲ ਕਹਿੰਦੇ ਆ ਕਿ ਜੇ ਰੋਮ ਚੱਲ ਰਿਹਾ ਸੀ ਤੇ ਨੀਰੋ ਆਪਦੀ ਬੰਸਰੀ ਨਹੀਂ ਵਜਾ ਰਿਹਾ ਸੀ, ਆਪਦੀ ਜ਼ਿੰਮੇਵਾਰੀ ਤਹਿਤ ਹਰ ਗੱਲ ਦਾ ਧਿਆਨ ਰੱਖ ਰਹੇ ਸੀ ਔਰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਸੀ। ਔਰ ਅੱਗੇ ਕਹਿੰਦੇ ਆ ਜੱਜ ਸਾਹਿਬ, none of the witness have even remotely suggested that the CM conspired to kill the protesters by police firing। ਮਗਰ ਮੈਂ ਹੈਰਾਨ ਆ, ਗੱਲ ਤਾਂ ਕੁਰਸੀ ਦੀ ਆ, ਗੱਲ ਤਾਂ ਤੁਸੀਂ ਕੁਰਸੀ ਤੇ ਕਬਜ਼ਾ ਕਰਨਾ ਚਾਹੁੰਦੇ ਹੋ, ਹੁਣ ਹੋਰ ਕੋਈ ਕੰਮ ਤਾਂ ਮਿਲਦਾ ਨਹੀਂ। ਜੇ ਤੁਹਾਨੂੰ ਇੰਨਾ ਹੀ ਫਿਕਰ ਹੈ, ਦੇਖੋ ਗੁਰੂ ਸਾਹਿਬ ਦੀ ਬੇਅਦਬੀ ਹੋਈ, ਦੁਖਦਾਈ ਗੱਲ ਹੈ, ਸੱਚ ਸਾਹਮਣੇ ਆਵੇ ਅਸੀਂ ਸਭ ਚਾਹੁੰਦੇ ਆ, ਮਗਰ ਉੱਤੇ ਕੱਲੀ ਰਾਜਨੀਤੀ ਸਿਆਸਤ ਅੱਜ ਠੋਕੋ ਤਾਲੀ ਦਾ, ਰਾਧੇ ਮਾਂ ਦਾ, ਰਾਮ ਰਹੀਮ ਦੇ ਚੇਲੇ ਦਾ ਇੱਕ ਕੰਮ ਬਣ ਗਿਆ। ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ, ਤੁਸੀਂ ਹੈਰਾਨ ਹੋਵੋਗੇ, ਇਹ ਤੁਹਾਡੇ ਪਬਲਿਕ ਡੋਮੇਨ 'ਚ ਨਹੀਂ ਆਈ। ਇਹਨਾਂ ਨੇ ਰੌਲਾ ਪਾਇਆ, ਬਰਾੜ ਸਾਹਿਬ ਤੁਸੀਂ ਸੁਣ ਲਿਆ ਕੋਈ, ਤੁਸੀਂ ਬੜੇ ਇੰਟਰਵਿਊ ਕਰਦੇ ਆ, ਰੌਲਾ ਪਾਇਆ ਹੁਣ ਇਹ ਤਾਂ ਸੀ ਫਾਇਰਿੰਗ ਕੇਸ ਦਾ ਜਿਹੜੀ ਜੱਜਮੈਂਟ ਆਈ। ਤੁਹਾਨੂੰ ਸ਼ਾਇਦ ਹੈਰਾਨਗੀ ਹੋਊਗੀ ਪਤਾ ਲੱਗ ਕੇ, ਆ ਜਿਹੜੀ ਪਹਿਲੀ ਉਹ ਜਿਹੜੀ ਹਾਈ ਕੋਰਟ ਦਾ ਆਰਡਰ ਆਇਆ ਸੀ ਜਿਹ 'ਚ ਬੇਅਦਬੀ ਵਾਸਤੇ ਸਿੱਟ ਬਣੀ ਸੀ, ਆਰਡਰ ਕਦੋਂ ਆਇਆ ਸੀ? 25/1/2019 ਨੂੰ। ਔਰ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਸਰਕਾਰ ਨੇ 1 ਸਾਲ 3 ਮਹੀਨੇ ਕੋਈ SIT ਨਹੀਂ ਕਨਸਟੀਟਿਊਟ ਕੀਤੀ। ਜੇ ਜਾ ਕੇ ਕੀਤੀ ਤੇ 22/4/20 ਨੂੰ ਖਟੜਾ ਸਾਹਿਬ ਨੂੰ ਲਾਇਆ। ਉਦੋਂ ਇਹ ਰਾਮ ਰਹੀਮ ਦੇ ਚੇਲੇ ਨੇ ਠੋਕੋ ਤਾਲੀ ਨੇ ਰਪਾਇਆ ਰੌਲਾ ਕਿੱਥੇ? ਨਹੀਂ, ਕਿਉਂਕਿ 18 ਜਾਂ 19 'ਚ ਰੌਲਾ 19 ਨੂੰ ਇਸ ਲਈ ਨਹੀਂ ਰੌਲਾ ਪਾਉਂਦੇ ਸੀ ਕਿਉਂਕਿ ਉਦੋਂ ਇਲੈਕਸ਼ਨ ਨਹੀਂ ਨੇੜੇ ਸੀ, ਉਦੋਂ ਕੁਰਸੀ ਨਹੀਂ ਹਥਿਆ ਸਕਦੇ ਸੀ। ਮਗਰ ਸਿਰਫ ਤੇ ਸਿਰਫ ਸਿਆਸਤ ਕਰਕੇ ਅੱਜ ਰੌਲਾ ਪਾ ਲਿਆ, ਜਦ ਕਿ ਬੇਅਦਬੀ ਦੀ ਜੱਜਮੈਂਟ 19 'ਚ ਆਈ, 20 'ਚ ਸਿੱਟ ਬਣੀ, 21 'ਚ ਖਟੜਾ ਸਾਹਿਬ ਨੂੰ 4/1 ਨੂੰ ਫੇਰ ਹਟਾਤਾ। ਉਦੋਂ ਨਾ ਬੋਲੇ, ਅੱਜ ਕੱਲਾ ਬੋਲਣਾ ਸ਼ੁਰੂ ਕਰਤਾ। ਇਹ ਰਾਜਨੀਤੀ ਆ, ਇਹ ਪੋਲਿਟਿਕਸ ਆ ਜਿਹੜੀ ਉਹਨਾਂ ਨੂੰ ਸੂਟ ਕਰਦੀ ਉਹ ਕਰਦੇ, ਉਹ ਕਰਨ, ਮੈਂ ਨਹੀਂ ਰੋਕ ਸਕਦਾ। ਜੇ ਇਸ ਬਹਾਨੇ ਉਹਨਾਂ ਨੂੰ ਸਮਝਦੇ ਕਿ ਉਹਨਾਂ ਨੂੰ ਕੁਰਸੀ ਮਿਲ ਜੂਗੀ ਕਰਨ, ਮਗਰ ਇਹ ਸੱਚਾਈ ਨਹੀਂ। ਲੋਕ ਬੜੇ ਸਿਆਣੇ ਆ, ਲੋਕ ਬੜੇ ਸਮਝਦਾਰ ਹੈ, ਲੋਕ ਸਾਰੀ ਗੱਲ ਸਮਝਦੇ ਆ। ਔਰ ਅੱਜ ਇਹ ਹਾਲਾਤ ਬਣ ਗਏ ਆ ਕਿ ਚਾਹੇ ਉਹ ਸੁਖਰਾਜ ਹੈ, ਕ੍ਰਿਸ਼ਨ ਭਗਵਾਨ ਦਾ ਲੜਕੇ ਜਿਹੜੇ ਨੇ, ਉਹਨਾਂ ਨੇ ਵੀ ਕਹਿ ਦਿੱਤਾ ਸਾਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ, ਸਾਨੂੰ ਤਾਂ ਇਹਨਾਂ ਨੇ ਇੱਕ ਸਿਆਸੀ ਫਾਡਰ ਵਾਂਗੂ ਵਰਤਿਆ। ਚਾਹੇ ਉਹ ਰੇਸ਼ਮ ਸਿੰਘ ਨੇ ਜਿਨ੍ਹਾਂ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਇਲਜ਼ਾਮ ਲਾਇਆ ਕਿ ਕਾਲੀ ਸਰਕਾਰ ਵੇਲੇ 11 ਪੁਲਿਸ ਵਾਲਿਆਂ ਤੇ ਪਰਚਾ ਸੀ, ਇਹਨਾਂ ਨੇ 7 ਨੂੰ ਬਚਾ ਲਿਆ, 4 ਤੇ ਕੇਵਲ ਪਰਚਾ ਛੱਡਿਆ। ਤੇ ਚਾਹੇ ਉਹ ਜਸਵੀਰ ਕੌਰ ਹੈ, ਵਾਈਫ ਆਫ ਸੁਰਜੀਤ ਸਿੰਘ, 3 ਮੁੱਖ ਗਵਾਹ ਨੇ ਜਿਨ੍ਹਾਂ ਨੇ ਰੌਲਾ ਪਾਇਆ ਕਿ ਸਾਡੇ ਤੇ ਕਾਂਗੜ, ਸੁਰਜੀਤ ਕੌਰ ਨੇ ਇਹ ਰੌਲਾ ਪਾਇਆ ਕਿ ਕਿੱਕੀ ਤੇ ਕਾਂਗੜ ਸਾਡੇ ਤੇ ਦਬਾਅ ਬਣਾਉਂਦਾ, ਸਾਨੂੰ ਧਮਕਾਉਂਦਾ। ਉਦੋਂ ਇਹ ਠੋਕੋ ਤਾਲੀ ਕਿਉਂ ਨਾ ਬੋਲਿਆ? ਕਿਉਂਕਿ ਉਦੋਂ ਸੂਟ ਨਹੀਂ ਕਰਦਾ ਸੀ, ਪੋਲਿਟਿਕਸ ਨਹੀਂ ਇਹਨਾਂ ਦੀ, ਉਦੋਂ ਇਲੈਕਸ਼ਨ ਨਹੀਂ ਨੇੜੇ ਸੀ। ਹੁਣ ਇਲੈਕਸ਼ਨ ਆਈ ਹੈ ਤੇ ਨਵੀਆਂ ਨਵੀਆਂ ਗੱਲਾਂ। ਔਰ ਜਿਹੜੀ ਗੱਲ ਤੁਸੀਂ ਦੂਜਿਆਂ ਦੀ ਕਰਦੇ ਹੋ, ਦੇਖੋ ਅਸੀਂ ਕਿਸੇ ਵੀ MLA ਨੂੰ ਡਰਾਉਣਾ ਧਮਕਾਉਣਾ ਅਸੀਂ ਉਹਦੇ ਖਿਲਾਫ ਹੈ। ਔਰ ਮੈਂ ਤਾਂ ਇਹ ਚਾਹੂੰਗਾ, ਇਹ 'ਚ ਇੱਕ ਗੱਲ ਹੋਰ ਸਪਸ਼ਟ ਹੋ ਗਈ ਕਿ ਕੇਜ ਪੈਰਟ ਤੋਤੇ ਵਾਂਗੂ ਕੱਲਾ ਕਮਿਸ਼ਨ ਨੂੰ ਜਾਂ ਇੱਕ ਅਫਸਰ ਨੂੰ ਨਹੀਂ ਵਰਤਿਆ, ਇਹ ਵਿਜੀਲੈਂਸ ਨੂੰ ਵੀ ਵਰਤਦੇ ਆ। ਪਤਾ ਤਾਂ ਇਹਨਾਂ ਨੂੰ ਸਭ ਕੁਝ ਸੀ। ਮੀਟੂ ਦਾ ਰੌਲਾ ਕਿੱਥੇ ਕਿੰਨਾ ਪਿਆ ਜੀ? ਦੇਖੋ ਕੋਈ ਵੀ IAS ਅਫਸਰ, ਐਵਰੀਬਡੀ ਸੈਲਫ ਰਿਸਪੈਕਟਿੰਗ, ਧੀਆਂ ਭੈਣਾਂ ਇੱਥੇ ਵੀ ਬੈਠੀਆਂ ਨੇ, ਜੇ ਕਿਸੇ ਨਾਲ ਬੇਇਨਸਾਫੀ ਹੋਊ, ਬਦਸਲੂਕੀ ਹੋਊ, ਫੇਰ ਹੀ ਉਹ ਜਾ ਕੇ ਸ਼ਿਕਾਇਤ ਕਰੂ। ਐ ਕੋਈ ਕਮਲਾ ਨਹੀਂ ਜਾ ਕੇ ਸ਼ਿਕਾਇਤ ਕਰਦੇ।
ਔਰ ਐਡੀ ਆਲਾ ਅਫਸਰ ਨੇ ਉਦੋਂ ਸ਼ਿਕਾਇਤ ਕੀਤੀ ਸੀ, ਮਗਰ ਉਦੋਂ ਦੀ ਪੋਲਿਟਿਕਸ ਕੁਝ ਹੋਰ ਸੀ। ਇਹ ਕਪਤਾਨ ਦੇ ਪੈਰਾਂ ਤੇ ਡਿੱਗ ਗਿਆ ਤੇ ਕਪਤਾਨ ਨੇ ਵੀ ਧੋਖਾ ਕੀਤਾ, ਪੰਜਾਬ ਦੀਆਂ ਧੀਆਂ ਭੈਣਾਂ ਨਾਲ ਧੋਖਾ ਕੀਤਾ। ਔਰ ਅੱਜ ਉਹ ਸੱਚ, ਰੱਬ ਦੀ ਮਿਹਰ ਹੋਈ ਹੈ, ਅੱਜ ਉਹ ਸੱਚ ਬਾਹਰ ਆਉਂਦਾ, ਅੱਜ ਉਹ ਸੱਚ ਸਾਹਮਣੇ ਆਉਂਦਾ। ਜਿਹੜੀ ਮਨੀਸ਼ਾ ਗੁਲਾਟੀ ਜੀ ਉਦੋਂ ਚੁੱਪ ਕਰਾਤੀ ਸੀ, ਅੱਜ ਕਹਿੰਦੀ ਮੈਂ ਭੁੱਖ ਹੜਤਾਲ ਤੇ ਬੈਠੂ। ਚਲੋ ਦੇਰ ਆਏ ਦਰੁਸਤ ਆਏ, ਮਗਰ ਮੀਟੂ ਦੇ ਕਿਰਦਾਰ ਬਾਰੇ ਤਾਂ ਸਾਰੀ ਸਮਝ ਕੇ ਕਿਸੇ ਅੱਜ ਤੱਕ ਇਤਿਹਾਸ 'ਚ ICS ਅਫਸਰ ਨੇ ਇੱਕ ਮਿਨਿਸਟਰ ਤੇ ਇਹ ਜਿਹਾ ਆਰੋਪ ਨਹੀਂ ਲਾਇਆ। ਫਸਟ ਟਾਈਮ ਇਟ ਇਜ਼ ਹੈਪਨਿੰਗ ਇਨ ਮਾਈ ਲਾਈਫ ਟਾਈਮ। ਤੁਸੀਂ ਬਜ਼ੁਰਗ ਬੈਠੇ ਹੋ, ਭਰਦਵਾਜ ਸਾਹਿਬ ਤੁਹਾਨੂੰ ਵੱਧ ਪਤਾ ਹੋਣਾ, ਸਾਡੇ 20-25 ਸਾਲਾਂ 'ਚ ਤਾਂ ਨਹੀਂ ਅਸੀਂ ਇਹ ਜੀ ਗੱਲ ਕੋਈ ਸੁਣੀ। ਹਾਂ, ਪਹਿਲਾਂ ਦੀ ਕੋਈ ਹੋਊਗੀ ਮੈਂ ਕਹਿ ਨਹੀਂ ਸਕਦਾ। ਇਸੇ ਤਰ੍ਹਾਂ ਇਹ ਗੱਲਾਂ ਤਾਂ ਬੜੀਆਂ ਨੇ, ਮਗਰ ਇਹ ਤੁਹਾਨੂੰ ਮੈਂ ਇੱਕ ਵੀਡੀਓ ਵਿਖਾ ਦਿਆਂ, ਥੋੜਾ ਦਿਲ ਹੌਲਾ ਕਰ ਦਿਆਂ ਕਿ ਤੁਸੀਂ ਫਿਰ ਕਿਤੇ ਨਾਲੇ ਉਹ ਅਖੀਰ 'ਚ ਇੱਕ ਬਾਕੀ ਗੱਲ ਦੱਸੋ। ਮਾੜੀ ਜੀ ਵੀਡੀਓ ਵਿਖਾ, ਉਹ ਜਿਹੜੀ ਆ ਠੋਕੋ ਤਾਲੀ ਦੀ ਹਰਕਤ ਵਿਖਾ। ਜਿਆਦਾ ਯੂਥ ਤੋਂ ਹਰ ਜਗ੍ਹਾ ਰੱਬ ਕੀ ਬਾਤ ਹੋਤੀ ਹੈ, ਤੁਸੀਂ ਸਮਝ ਤਾਂ ਲੋ ਦੀ ਹਰਕਤਾਂ। ਉਹਨੂੰ ਦਰਦ ਹੈ ਕਿਸੇ ਨਾਲ, ਨਾ ਕਿਸੇ ਧਰਮ ਦਾ ਦਰਦ, ਨਾ ਕਿਸੇ ਬੰਦੇ ਦਾ ਦਰਦ, ਉਹ ਤਾਂ ਮੌਕਾ ਪ੍ਰਸਤ। ਚੰਗੀ ਤਰ੍ਹਾਂ ਸੁਣਾ ਦਿਆ। ਲਾਈਟਾਂ ਬੰਦ ਕਰ ਦਿਓ ਜੀ ਮਾੜੀ ਜੀ। हेलो, वो लाइटा बंद कर दे। आ देख लो, आ राधे माँ वेखो, आज खुश होगी कि चेला चाहिए तो यह चाहिए। अगला चलो अगे मतलब इन्हें तो इन्हें सुना दे, कारी चंगी तरह सुना दे, मैं तो सुनी नहीं। मैं तो रोज देखदा ये जे ढोंगी बंदे दसो ये चैलेंज देणगे, साला करैक्टर ही कोई नहीं जीदा, करैक्टरलैस बंदे। एक मिनट रोकी, राधे मां नूं भी संग आ गई कि ਇਹ ਸਾਡੇ ਤੋਂ ਵੱਡਾ ਢੋਂਗੀ ਖੋਰ ਲੱਭ ਪਿਆ। मतलब ਤੁਸੀਂ ਵੇਖੋ ਉਹਨੂੰ ਵੀ ਹੋ ਗਈ ਕਿ ਤੇ ਬਾਬਾ ਇਹ ਨਾ ਕਿਤੇ ਇਸ ਫੀਲਡ 'ਚ ਆ ਜੇ। ਅਗਲਾ ਸੁਣ ਲਓ, ਅਗਲਾ ਸੁਣ ਲਓ, ਅਗਲਾ ਸੁਣਾ ਦੇ। ਇਹਦੀ ਤਾਂ ਹਾਰ ਜਗ੍ਹਾ ਹੀ ਪਰ ਰੱਬ ਨਾਲ ਮੁਲਾਕਾਤ ਹੋਈ ਜਾਂਦੀ। ਤੁਹਾਡੀ ਹੋਈ ਕਿਸੇ ਦੀ? ਤੁਹਾਡੀ ਮੈਨੂੰ ਲੱਗਦਾ ਨਾ ਜੱਪ ਕੇ ਨਹੀਂ ਹੋਈ ਹੋਣੀ। ਇਹਦੇ ਕੋਲ ਚਲੇ ਜਾਓ, ਉਹਨੇ ਕਰਾ ਦੇਣੀ ਮਿੰਟ 'ਚ ਹੀ। ਅਗਲੀ ਸੁਣ ਲਓ, ਹਾਲੇ ਅੱਜ ਤਸੱਲੀ ਕਰਾ ਕੇ ਭੇਜੂ ਇਹਦੇ ਬਾਰੇ ਵੀ ਮੈਂ। ਅਗਲੀ ਸੁਣਾਈ ਮਾੜੀ, ਆਹ ਸੁਣ ਲਿਆ ਹੁਣ। ਇਹ 2015 ਰਾਜ ਖਾ ਕੇ ਬਿਠਾ ਆ ਗੱਲ ਸੁਣੋ। ਤੁਸੀਂ ਵੇਖੋ ਰਾਧੇ ਮਾਂ ਵੀ, ਉਹ ਵੀ ਉਹਨੂੰ ਇੰਨੀ ਖੁਸ਼ ਹੋਈ, ਬਾਪੂ ਵੀ ਐਡਾ ਖੁਸ਼ ਹੋਇਆ ਤੇ ਕਹਿੰਦਾ ਇਹਦਾ ਰਾਮ ਰਹੀਮ ਦਾ ਡੰਕਾ ਬੋਲਦਾ। ਹੁਣ ਮੈਂ ਤੁਹਾਨੂੰ ਆ ਸੱਚ ਇਹ ਵੀ ਵੇਖ ਲਓ, ਫੋਟੋ ਕਿੱਥੇ ਦੂਜੀ ਦਿਖਾਈ ਫੋਟੋ, ਆ ਰਾਮ ਰਹੀਮ ਦੀ ਵੀ ਦੱਸਦੀ ਨਾ। ਆ ਵੇਖਿਓ, ਆ ਤੁਹਾਡੀ ਫੋਟੋ, ਆ ਲਓ ਫੋਟੋ। ਆ ਕਿਹਦੇ ਅੱਗੇ ਹੱਥ ਜੋੜੀ ਖੜਾ? ਇਹਦਾ ਭਰੋਸਾ ਕਰੈਕਟਰਲੈਸ ਬੰਦੇ ਦਾ। ਇਹ ਤਾਂ ਸਾਰੇ मतलब ਇਹ ਤਾਂ ਖੜੇ ਪੈਰ ਵੇਚਦੇ ਪਤਾ ਨਹੀਂ ਕਿਹਨੂੰ, ਇਹ ਕਰੂ ਬੇਅਦਬੀ ਦੀਆਂ ਗੱਲਾਂ। ਆ ਕਿਹਦੇ ਹੱਥ ਜੋੜੀ ਖੜਾ? ਅਗਲੀ ਫੋਟੋ ਵਿਖਾਈ, ਆ ਵੇਖੋ, ਆ ਕਿੱਧਰ ਕਿਹਦੇ ਪੈਰਾਂ ਤੇ ਡਿੱਗਿਆ ਵੇਖਿਆ? ਦੱਸੋ ਕੋਈ ਸਿਆਸੀ ਲੀਡਰ ਲਿਖਾਓ ਜਿਹੜਾ ਇਸ ਤਰ੍ਹਾਂ ਬਾਬੇ ਦੇ ਪੈਰਾਂ ਤੇ ਡਿੱਗਿਆ ਹੋਵੇ। ਹਨੀਪ੍ਰੀਤ ਵੀ ਖੁਸ਼ ਹੁੰਦੀ ਸੀ ਜਦ ਇਹ ਬੋਲਦਾ ਸੀ ਕਿ ਇਹ ਤਾਂ ਕਿਤੇ ਮੈਨੂੰ ਬਾਬੇ ਨੂੰ ਮੇਰੇ ਕੋਲੋਂ ਨਾ ਖੋ ਕੇ ਲੈ ਜੇ। ਅਗਲਾ ਉਹ ਦਿਖਾਈ ਜਦੋਂ ਉਹਦੇ ਬਾਬੇ ਦੇ ਚਰਨਾਂ 'ਚ ਡਿੱਗਿਆ ਸੀ। ਉਹਦੇ
ਆਸਾ ਰਾਮ ਦੇ ਚਰਨਾਂ 'ਚ ਡਿੱਗਿਆ ਸੀ ਕਿ ਤੂੰ ਵੀ ਬਾਂਦਲ ਜਾਂਦਾ ਯਾਰ, ਤੈਨੂੰ ਮੈਂ ਮਟੀਰੀਅਲ ਦਿੰਦਾ ਹੁੰਨਾ, ਤੂੰ ਸਾਂਭ। ਅੱਜ ਇਹ ਚੈਲੰਜ ਦੇਣ ਵਾਲੇ ਦੀ ਤਾਂ ਮੈਂ ਕਰਾਊਂ ਤਸੱਲੀ, ਠੋਕੋ ਤਾਲੀ ਦੀ ਦਿਖਾਈ। ਅੱਛਾ ਤੁਸੀਂ ਹੋਰ ਵੇਖੋ, ਇੱਕ ਮਿੰਟ ਰੋਕੀ ਹੁਣ ਤੁਸੀਂ ਵੇਖੋ, ਤੁਸੀਂ ਦੇਖੋ ਸਾਰੇ ਆਪਦੇ ਧਰਮਾਂ ਦਾ ਸਤਿਕਾਰ ਕਰਦੇ ਹੋ। ਕੋਈ ਬੰਦਾ ਇਹ ਬਰਦਾਸ਼ਤ ਕਰੂ ਕਿ ਤੁਸੀਂ ਗੁਰੂ ਨਾਨਕ ਸਾਹਿਬ ਵਾਸਤੇ ਵੀ, ਸੱਚੇ ਪਾਤਸ਼ਾਹ ਵਾਸਤੇ ਵੀ ਉਹੀ ਸ਼ਬਦ ਵਰਤੋ, ਉਹੀ ਸ਼ਬਦ ਰਾਮ ਰਹੀਮ ਲਈ ਵਰਤੋ, ਉਹੀ ਸ਼ਬਦ ਰਾਧੇ ਮਾਂ ਲਈ ਵਰਤੋ, ਉਹੀ ਸ਼ਬਦ ਆ ਸੁਣ ਲਓ ਇਹਦੀਆਂ ਗੱਲਾਂ, ਉਹੀ ਸ਼ਬਦ। ਅੱਛਾ ਫੇਰ ਅਖੀਰਲੀ ਗੱਲ ਮੈਂ ਗੌਰ ਕਰਦਿਆਂ, ਇਹ ਗੱਲ ਕਰਦਾ ਹੈ ਬੇਅਦਬੀ ਦੀ। ਸਭ ਤੋਂ ਵੱਧ ਬੇਅਦਬੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਕੀਤੀ। ਕਿਹਦੇ ਪੈਰਾਂ 'ਚ ਡਿੱਗਿਆ ਪਿਆ ਸੀ? ਉਹ ਵੀਡੀਓ ਵਿਖਾਈ। ਮਾੜਾ ਪਹਿਲਾਂ ਵੀਡੀਓ ਵੇਖ ਲਓ, ਫਿਰ ਅਗਲੀ ਗੱਲ ਤੇ ਆਉਣਾ ਮੈਂ। कोई सीमा नहीं, पृथ्वी का कोई तोल नहीं, साधु की कोई जात नहीं, और पारस और आसाराम का कोई तोल नहीं, कोई तोल नहीं। आकाश की कोई सीमा नहीं, पृथ्वी का कोई तोल नहीं, साधु की कोई जात नहीं, और पारस और नरेंद्र भाई मोदी का कोई तोल नहीं, कोई तोल नहीं। ठोको ताली। क्योंकि आकाश की कोई सीमा नहीं, पृथ्वी का कोई तोल नहीं, साधु की कोई जात नहीं, पारस और सोनिया जी का कोई तोल नहीं। ਹੁਣ ਮੁन्नी ਦੀ ਕੋਈ ਤੋਲ ਨਹੀਂ। आकाश की कोई सीमा नहीं, ਆ ਗੁਰੂ ਸਾਹਿਬ तोल नहीं, साधु की कोई जात नहीं, और पारस और बाबा नानक का कोई तोल नहीं, कोई तोल ਦੱਸੋ ਕੋਈ ਬੰਦਾ ਇਹ ਜਿਹਾ ਕੰਮ ਕਰ ਸਕਦਾ? ਇਹ ਤੋਂ ਵੱਡਾ ਫਰਾਡ ਜਦ ਲੋਕੀ ਹਜ਼ਾਰਾਂ ਦੀ ਤਾਦਾਦ 'ਚ ਨਹੀਂ, ਲੱਖਾਂ ਦੀ ਤਾਦਾਦ 'ਚ ਮਰ ਰਹੇ ਹੋਣ, ਇਹ ਬੰਦਾ ਰਾਜਨੀਤੀ ਕਰ ਰਿਹਾ। ਮੈਂ ਤਦੇ ਰਾਜਨੀਤੀ ਕਹਿੰਦਾ, ਸਿੰਸੀਅਰਟੀ ਹੋਵੇ ਤੇ ਬੰਦਾ ਸਮਝ ਸਕਦਾ। ਇਹ ਤਾਂ ਕਿਸੇ ਕੰਮ ਨੂੰ ਨਹੀਂ ਸਿੰਸੀਅਰ। ਜਿਹੜਾ ਆਪਦੇ ਆਪ ਨੂੰ ਨਹੀਂ ਸਿੰਸੀਅਰ, ਉਹਨੇ ਕਿਸੇ ਕੰਮ ਨੂੰ ਕੀ ਸਿੰਸੀਅਰ ਹੋਣਾ। ਅਗਲੀ ਗੱਲ ਸੁਣ ਲਿਓ, ਆ ਵੀ ਵੇਖ ਲਿਓ। ਆ ਕੀ नवजोत सिंह सिद्धू जी जो बापू जी के पास फूल अर्पण करेंगे। ਆ ਵੇਖ ਲਿਓ ਕਿਹਦੇ ਪੈਰਾਂ ਤੇ ਡਿੱਗਦਾ ਇਹ ਜਾ ਕੇ। ਇਹ ਰਾਧੇ ਮਾਂ ਦੇ ਵੀ ਚਰਨਾਂ 'ਚ ਡਿੱਗਿਆ, ਇਹ ਰਾਮ ਰਹੀਮ ਦੇ ਵੀ ਚਰਨਾਂ 'ਤੇ ਡਿੱਗਿਆ, ਇਹ ਆਪਣਾ ਜਿਹੜਾ ਆਸਾ ਰਾਮ ਦੇ ਵੀ ਚਰਨਾਂ 'ਚ ਡਿੱਗਿਆ। और यहाँ के अमृतसर के पूर्व मेयर श्री सुनील रत्ती जी भी ਡਿੱਗ ਗਿਆ, ਦੇਖ ਲਿਆ ਜੀ ਡਿੱਗਦਾ। चरणों में आ गया? फूल अर्पण करेंगे। ਆ ਗਿਆ ਕਿ ਨਹੀਂ ਆ ਗਿਆ? ਹੁਣੇ ਡਿੱਗੂ, ਆ ਡਿੱਗੂ ਦੇਖਿਓ, ਇਹ ਡਿੱਗ ਗਿਆ, ਜਮਾਂ ਹੀ ਡਿੱਗ ਜੂ, ਡਿੱਗ ਗਿਆ। ਦੱਸੋ ਇਹ ਬੰਦੇ ਦਾ ਕੋਈ ਕਿਰਦਾਰ ਹੈ? ਮਤਲਬ ਜੀ ਕਿਰਦਾਰ ਵੀ ਲਫ਼ਜ਼ ਮਤਲਬ ਇਹਦੇ ਲਈ ਨਹੀਂ ਵਰਤ ਸਕਦੇ, ਮਗਰ ਰਬੜ ਦੇ ਗੁੱਡੇ ਦਾ ਵੀ ਕੋਈ ਸਟੈਂਡ ਹੁੰਦਾ, ਇਹਦਾ ਕਾਹਦਾ ਸਟੈਂਡ? ਫਿਰ ਅਗਲੀ ਗੱਲ ਦੱਸੋ। ਹਾਲੇ ਮੈਂ ਇਹਦੀ ਅੱਜ ਤਸੱਲੀ ਕਰਾ ਕੇ ਜਾਊਂ। ਇੱਕ ਹਾਲੇ ਮੇਰੇ ਕੋਲ ਆ ਦੇਖਿਓ, ਅੱਜ ਇੱਕ ਮਿੰਟ ਕਰੀ ਵੱਡੀ, ਆ ਥੋੜੀ ਛੋਟੀ ਕਰੀ, ਪੈਰਾਂ ਦੇਖੀ, ਆ ਕਿਹਦੇ ਪੈਰਾਂ ਨੂੰ ਹੱਥ ਲਾਈ ਜਾਂਦਾ? ਸੋਨੀਆ ਗਾਂਧੀ ਦੇ। ਸੋਨੀਆ ਗਾਂਧੀ, ਗਾਂਧੀ ਪਰਿਵਾਰ ਦੇ ਕੋਈ ਗੁਰਸਿੱਖ ਗਾਂਧੀ ਪਰਿਵਾਰ ਦੇ ਪੈਰਾਂ ਨਾ ਨਾਪ ਦੀ ਕਦੇ ਪੱਗ ਸਿੱਟੂ, ਨਾ ਕਦੇ ਪੈਰਾਂ ਨੂੰ ਹੱਥ ਲਾਊ। ਔਰ ਉਹ ਬੰਦਾ ਕਿਹੜੇ ਕਿਰਦਾਰ ਦਾ, ਜਿਹੜਾ ਪਹਿਲਾਂ ਇਹਨੂੰ ਮੁੰਨੀ ਕਹਿੰਦਾ ਸੀ, ਅੱਜ ਇਹਨੂੰ ਮੰਮੀ ਕਹਿੰਦਾ। ਦੱਸੋ ਉਹਦਾ ਕੋਈ ਕਿਰਦਾਰ ਰਹਿ ਗਿਆ? ਮਜ਼ਾਕ ਬਣਾਇਆ ਪਿਆ ਯਾਰ। ਇੱਕ ਪਾਸੇ ਕਰੋਨਾ, ਇੱਕ ਪਾਸੇ ਪੰਜਾਬ ਦੇ ਹਾਲਾਤ, ਕੱਲਾ ਤੁਹਾਡੀ ਕੁਰਸੀ। ਮੈਂ ਕੱਲਾ ਤੁਹਾਨੂੰ ਤਾਂ ਇਹ ਗੱਲ ਵਿਖਾ ਰਿਹਾ ਕਿ ਤੁਹਾਨੂੰ ਇਹ ਗੱਲ ਸਮਝ ਆ ਜਾਏ ਕਿ ਇਹ ਬੰਦੇ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ। ਇਹਨੂੰ ਤਾਂ ਕੱਲਾ ਮੈਂ ਮੁੱਖ ਮੰਤਰੀ ਕਿਵੇਂ ਬਣ ਜਾ, ਜੇ ਰੱਬ ਨੇ ਬਣਾਉਣਾ ਬਣ ਜਾਵੇ, ਸਾਨੂੰ ਕੀ ਆ। ਮਗਰ ਨਾਟ ਐਟ ਦਾ ਕਾਸਟ ਆਫ ਹਰ ਗੱਲ ਤੇ ਤੁਸੀਂ ਪੋਲਿਟਿਕਸ ਕਰੀ ਜਾਓ। ਬੇਅਦਬੀ ਦੇ ਜਦ ਫੈਸਲੇ ਹੋਏ ਸੀ ਉਦੋਂ ਬੋਲੇ ਕੁਛ ਨਾ, ਡਰਾਮਾ ਕਰਦੇ ਹੋ ਹਰ ਗੱਲ ਤੇ। ਇਸ ਲਈ ਮੈਂ ਅੱਜ ਫੇਰ ਗੱਲ ਦੁਹਰਾਉਣਾ, ਅੱਜ ਮੈਂ ਫੇਰ ਚੈਲੰਜ ਦਿੰਦਾ ਕਿ ਜੇ ਕੁਛ ਹੈਗਾ, ਮਾਂ ਦਾ ਦੁੱਧ ਪੀਤਾ, ਲੱਤਾਂ 'ਚ ਜਾਨ ਹੈ, ਤੇ ਜਾ ਹਾਈ ਕੋਰਟ ਸੁਪਰੀਮ ਕੋਰਟ ਆਪ ਦਾ ਪ੍ਰੂਫ ਜਾ ਕੇ ਰੱਖਦੇ। ਨਹੀਂ ਤਾਂ ਫਜ਼ੂਲ 'ਚ ਆਪ ਦੀ ਕੁਰਸੀ, ਆਪ ਦੀ ਸਿਆਸਤ ਖਾਤਰ ਇਹ ਡਰਾਮਾ ਨਹੀਂ ਚੱਲਣਾ। ਲੋਕ ਬੜੇ ਸਿਆਣੇ ਆ, ਲੋਕ ਬਹੁਤ ਕੁਝ ਵੇਖਦੇ ਆ, ਪਬਲਿਕ ਸਭ ਜਾਣਦੀ ਹੈ। ਔਰ ਤੁਹਾਨੂੰ ਮੈਂ ਅਖੀਰਲੀ ਇੱਕ ਹੋਰ ਵਿਖਾ ਦਿਆਂ ਇਹਦੀ, ਫਿਰ ਤੁਹਾਨੂੰ ਪੁੱਛੂੰਗਾ ਕਿ ਚੀਕੂ ਤੇ ਸੀਤਾਫਲ ਕਿੰਨਿਆਂ ਨੇ ਖਾਏ। ਆ ਵੀ ਸੁਣ ਲਿਓ, ਇਹ ਨਹੀਂ ਸੁਣੀ ਹੋਣੀ ਕਈਆਂ ਨੇ। ਆਵਾਜ਼ ਵਧਾਓ।
ਜਿਹੜਾ ਮੇਨ ਚੀਫ ਹੈ ਜਨਰਲ ਧਾਰੀ ਬਾਬਾ ਗੁਰਬਚਨ ਸਿੰਘ, ਉਹਦੇ ਵੱਲੋਂ ਜਿਹੜੇ ਨਵਜੋਤ ਸਿੱਧੂ ਕ੍ਰਿਕਟਰ ਹੈ, ਇਹਦੇ ਫਾਦਰ ਭਗਵਤ ਸਿੰਘ ਸਿੱਧੂ ਫੌਜ ਦੇ ਬੜੇ ਚੰਗੇ ਵਕੀਲ ਸੀ ਪਟਿਆਲੇ, ਉਹ ਭੇਜਦੇ ਰਹੇ। ਉਹ ਬਾਅਦ ਜਾ ਕੇ ਕੋਈ ਜਨਰਲ ਹੈ ਪੰਜਾਬ ਦੇ ਕਾਂਗਰਸ ਸਰਕਾਰ 'ਚ ਜਿਹੜਾ ਕਿਹਦੇ ਲਈ ਜਾ ਕੇ ਇਹਦਾ ਡੈਡੀ ਪੇਸ਼ ਹੁੰਦਾ ਰਿਹਾ ਭਗਵੰਤ ਸਿੰਘ। ਇਹ ਸਿੱਖ ਪੰਥ ਦੀ ਗੱਲ ਕਰਦਾ ਨਾ, ਸਿੱਖ ਖਾਲਸਾ ਪੰਥ ਦੀ ਗੱਲ ਕਰਦਾ। ਪਹਿਲਾਂ ਰਾਮ ਰਹੀਮ ਦੇ ਚਰਨਾਂ 'ਚ ਡਿੱਗਿਆ, ਫਿਰ ਇਹ ਰਾਧੇ ਮਾਂ ਦੇ ਚਰਨਾਂ 'ਚ ਡਿੱਗਿਆ, ਫਿਰ ਬਾਪੂ ਆਸਾ ਰਾਮ ਦੇ ਚਰਨਾਂ 'ਚ ਡਿੱਗਿਆ, ਫਿਰ ਇਹ ਉੱਧਰ ਵੀ ਡਿੱਗਿਆ ਨਿਰੰਕਾਰੀਆਂ ਦੇ, ਦਾ ਬਾਪੂ ਡਿੱਗਿਆ ਤੇ ਡਿੱਗਿਆ। ਯਾਰ ਇਹਨਾਂ ਦਾ ਕੀ ਕੈਰੈਕਟਰ ਹੈ? ਮਗਰ ਪੋਲਿਟਿਕਸ ਹੈ, ਪੋਲਿਟਿਕਸ। ਲੋਕ ਇਹ ਸਿਆਸਤ ਹੈ, ਸਿਆਸਤ ਕੱਲੀ। ਔਰ ਇਸ ਗੰਦੀ ਸਿਆਸਤ ਦਾ ਕਿੰਗ ਜੇ ਮੈਂ ਤੁਹਾਨੂੰ ਕਹਿ ਦਿਆਂ, ਬਾਦਸ਼ਾਹ ਜਿਹਨੂੰ ਸਿਰਫ ਤੇ ਸਿਰਫ ਕੁਰਸੀ ਨਾਲ ਮਤਲਬ ਹੈ ਕਿ ਮੈਂ ਮੁੱਖ ਮੰਤਰੀ ਕਿਵੇਂ ਬਣ ਜਾ, ਉਹ ਹੈ। ਇਸ ਲਈ ਅੱਜ ਮੈਂ ਫੇਰ ਚੈਲੰਜ ਦੁਹਰਾਉਣਾ ਕਿ ਜੇ ਤੇਰੇ ਕੋਲ ਪ੍ਰੂਫ ਹੈ, ਤੇਰੇ ਕੇਜਡ ਪੈਰਟ, ਤੇਰੇ ਤੋਤਿਆਂ ਕੋਲੋਂ, ਭਾਵੇਂ ਰਣਜੀਤ ਸਿੰਘ ਸੀ ਤੇ ਭਾਵੇਂ ਉਹ ਦੂਜਾ ਸੀ ਕੁੰਵਰ ਵਿਜੇ ਪ੍ਰਤਾਪ, ਉਹਨਾਂ ਕੋਲੋਂ ਤਾਂ ਨਹੀਂ ਕੋਰਟ 'ਚ ਦਿੱਤਾ ਗਿਆ, ਤੂੰ ਜਾ ਕੇ ਦੇ ਦੇ। ਨਹੀਂ ਤਾਂ ਲੋਕਾਂ ਦਾ ਫਿਕਰ ਕਰ ਲਓ, ਸ਼ਾਸਨ ਤੇ ਫਿਕਰ ਦਿਓ, ਗਵਰਨੈਂਸ ਤੇ ਫਿਕਰ ਦਿਓ, ਕਰੋਨਾ 'ਚ ਜੋ ਹਾਲਾਤ ਪੰਜਾਬ ਦੇ ਬਣ ਰਹੇ ਉਹਦਾ ਧਿਆਨ ਦਿਓ। ਔਰ ਇਸ ਤਰੀਕੇ ਨਾਲ ਵਿਜੀਲੈਂਸ ਨੂੰ ਵਰਤਣਾ, ਕਦੇ ਕਿਸੇ ਨੂੰ ਡਰਾਉਣਾ ਧਮਕਾਉਣਾ, ਮਤਲਬ ਕਿ ਫਾਈਲਾਂ ਤਾਂ ਸਭ ਦੀਆਂ ਬਣੀਆਂ ਨੇ, ਕੰਮ ਇਹਨਾਂ ਦਾ ਸਭ ਦਾ ਪਤਾ। ਮਗਰ ਜਦ ਤੱਕ ਉਹ ਤੁਹਾਡੇ ਨਾਲ ਰਾਜੀ ਆ ਤੇ ਉਹ ਜੋ ਮਰਜ਼ੀ ਲੁੱਟ ਕੋ ਸੁੱਟ ਕਰੀ ਜਾਣ, ਠੀਕ ਹੈ। ਜੇ ਨਹੀਂ ਰਾਜੀ ਤੇ ਉਹਨਾਂ ਦੀ ਫਾਈਲਾਂ। ਇਹ ਅੱਜ ਇਹ ਹਾਲਾਤ ਬਣੇ ਪੰਜਾਬ। ਜਿਸ ਤਰ੍ਹਾਂ ਤੁਸੀਂ ਹਾਂਜੀ, ਤੁਸੀਂ ਆਹ ਵੀਡੀਓ ਦਿਖਾਈਆਂ ਨੇ, ਤੇ ਇਹ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਨ ਦਾ ਵੀ ਕੀ ਹੱਕ ਹੈ? ਮੈਂ ਤਾਂ ਉਹ ਬੇਨਤੀ ਕਰ ਰਿਹਾ ਜੀ। ਅੱਛਾ, ਤੁਸੀਂ ਗੁੱਸਾ ਨਾ ਕਰਿਓ, ਗੁੱਸਾ ਤਾਂ ਨਹੀਂ ਕਰੋਗੇ ਮੇਰੇ ਨਾਲ? ਮੈਨੂੰ ਲੱਗਦਾ ਇਹਨੇ ਬਾਬਿਆਂ ਦੇ ਦਰਸ਼ਨ ਤਾਂ ਤੁਸੀਂ ਨਹੀਂ ਕੀਤੇ ਨੇ, ਜੂ ਤਾਂ ਹਰ ਜਗ੍ਹਾ ਰੱਬ ਕੀ ਬਾਤ ਹੁੰਦੀ ਹੈ। ਇੰਨਾ ਕੰਮ ਤਾਂ ਤੁਹਾਡੇ ਤੋਂ ਨਹੀਂ ਹੋਣਾ। ਤੁਹਾਨੂੰ ਵੀ ਸ਼ਰਮ ਆਉਣੀ ਹੈ ਕਿ ਯਾਰ ਇੰਨਾ ਝੂਠ ਕਿੱਥੇ ਬੋਲਿਆ ਜਾਣਾ। ਇਹਨੇ ਤਾਂ ਹਰ ਸਟੇਜ ਤੇ ਜਾ ਕੇ ਝੂਠ ਬੋਲ ਦਿੰਦਾ, ਹੈ ਹੀ ਨਹੀਂ ਕੋਈ। ਇਹ ਜਿਹੇ ਬੰਦੇ ਕਾਹਦੀ ਗੱਲ ਕਰ ਸਕਦੇ? ਇਕੱਲਾ ਇਸ ਲਈ ਮੈਂ ਗੱਲ ਦੱਸਾਂ, ਇਹਨੂੰ ਕਿਸੇ ਚੀਜ਼ ਦਾ ਫਿਕਰ ਨਹੀਂ। ਜਦੋਂ ਬੇਅਦਬੀ ਦੇ ਫੈਸਲੇ ਆਏ ਸੀ ਕੋਰਟ 'ਚ, 1.25 ਸਾਲ ਰਿਟ ਨਹੀਂ, ਸਿੱਟ ਨਹੀਂ ਬਣੀ ਸੀ, ਉਦੋਂ ਤੇ ਬੋਲੇ ਨਹੀਂ, ਉਦੋਂ ਤਾਂ ਚੁੱਪ ਮੌਨ ਵਰਤ ਬੋਲੇ। ਅੱਜ ਜੇ ਫੈਸਲਾ ਆਇਆ, ਕਿਹਦੇ ਤੇ ਆਇਆ? ਕੋਟ ਕਪੂਰਾ ਗੋਲੀकांड, ਉਹਦੇ ਤੇ ਕਹਿੰਦੇ ਸਾਡੇ ਕੋਲ ਪ੍ਰੂਫ ਹੈ, ਫਿਰ ਦੇ ਦਿਓ ਭਾਈ। ਫਿਰ ਕਹਿੰਦੇ ਫੋਨ ਤੇ ਗੱਲ ਹੋਈ ਹੈ, ਫੋਨ ਤੇ ਗੱਲ ਹੋਈ ਹੈ, ਕੀ ਕਹਿਤਾ? ਹਾਈ ਕੋਰਟ ਨੇ ਟਿੱਪਣੀ ਦੇ ਦਿੱਤੀ, ਮੈਂ ਨਾ ਮਾਨੂੰ। ਹੁਣ ਇਹ ਜਿਹਾ ਤਾਂ ਇਲਾਜ ਕੋਈ ਨਹੀਂ। ਇਸ ਲਈ ਇਹਨਾਂ ਨੂੰ ਕਿਸੇ ਚੀਜ਼ ਦਾ ਕੋਈ ਫਿਕਰ ਨਹੀਂ, ਨਾ ਬੇਅਦਬੀ ਦਾ, ਨਾ ਗੁਰੂ ਦਾ ਸਤਿਕਾਰ, ਨਾ ਕੁਛ। ਇਹਨਾਂ ਨੂੰ ਤਾਂ ਇਕੱਲਾ ਕੁਰਸੀ ਦਾ, ਗੁਰੂ ਠੋਕਾ ਤਾਲੀ, ਕੁਰਸੀ ਸਾਡੀ, ਇਕੱਲਾ ਇਹਦਾ ਫਿਕਰ। ਔਰ ਗੁਰੂ ਗ੍ਰੰਥ ਸਾਹਿਬ ਤੇ ਵੀ ਅਨੁਪੋ ਵਾਲੀ ਕਹਿੰਦਾ ਜਕਾਰਾ ਨਹੀਂ। ਸੇਮ ਤਰ੍ਹਾਂ ਦੀ ਸਿਚੁਏਸ਼ਨ ਸੀ ਉਸ ਸਮੇਂ। ਆਮ ਆਦਮੀ ਪਾਰਟੀ ਤੁਹਾਡੇ ਤੇ ਬਲੇਮ ਗੇਮਿੰਗ ਕੀਤੀ, ਬਾਅਦ ਚ ਮਾਫੀ ਮੰਗੀ। ਹੁਣ ਸੇਮ ਇਹ ਗੱਲ ਹੋ ਰਹੀ ਹੈ ਕਿ ਸਾਡੇ ਕੋਲ ਸਬੂਤ ਹੈਗੇ ਆ, ਇਤਿਹਾਸ ਦੁਹਰਾ ਰਿਹਾ ਜਾਂ ਟਾਰਗੇਟ ਕੀਤਾ ਜਾ। ਮੈਂ ਤੁਹਾਨੂੰ ਬੇਨਤੀ ਕਰਾਂ ਜੀ, ਮੈਂ ਨਾ ਤੁਹਾਨੂੰ ਦੇਖੋ, ਇਹਦੇ ਕੋਲ ਜਾਂ ਤਾਂ ਖਰਚੇ ਦੀ ਕਮੀ ਹੋਣੀ, ਜਾਂ ਅਕਲ ਦੀ ਕਮੀ ਹੋਣੀ, ਜਾਂ ਕੋਈ ਹੋਰ। ਤੁਸੀਂ ਇਹਨੂੰ, ਆਪਾਂ ਗੱਡੀ ਵੀ ਦੇਵਾਂਗੇ, ਖਰਚਾ ਵੀ ਦੇਵਾਂਗੇ, ਸਾਰੇ ਰਲ ਮਿਲ ਕੇ ਇਹਨੂੰ ਕੋ ਪ੍ਰੂਫ ਜਾ ਕੇ ਕੋਰਟ 'ਚ ਦੇ ਦੇਵੇ। 4.5 ਸਾਲ ਵਾਟ ਵਰ ਯੂ ਵੇਟਿੰਗ ਫॉर? ਨਾਲੇ ਇਹ ਸਾਡੇ ਨਾਲ ਹੀ ਸੀ ਉਦੋਂ। ਵੇਖੋ ਇਹਦੀ ਦੋਗਲਾ ਰਾਜਨੀਤੀ ਤਾਂ ਵੇਖੋ, ਉਦੋਂ ਕਦੋਂ ਬੋਲਿਆ? ਛੱਡ ਦਿੰਦਾ ਉਦੋਂ। ਇਹਦੀ ਘਰ ਦੀ ਨੇ ਤਾਂ ਅਸਤੀਫਾ ਹੀ ਨਹੀਂ ਦਿੱਤਾ। ਸ਼ੀ ਗੇਵ ਅਸਤੀਫਾ, ਮੈਨੂੰ ਲੱਗਦਾ ਦਸੰਬਰ 'ਚ ਜਾ ਕੇ, ਨਵੰਬਰ ਦਸੰਬਰ 'ਚ ਜਾ ਕੇ, ਇਨ 2016, 1.5 ਸਾਲ ਮਗਰੋਂ। ਇਹੀ ਤਾਂ ਮੈਂ ਕਹਿ ਰਿਹਾ, ਇਟਸ ਆਲ ਅਬਾਊਟ ਪੋਲਿਟਿਕਸ, ਇਟ ਇਜ਼ ਨਾਟ ਅਬਾਊਟ ਪੀਪਲ ਆਫ ਪੰਜਾਬ। ਪੰਜਾਬ ਜਾਂ ਗੁਰੂ ਸਾਹਿਬ ਦੀ ਗੱਲ ਦਾ ਦਰਦ ਹੀ ਕੋਈ ਨਹੀਂ। ਸਿਰਫ ਤੇ ਸਿਰਫ ਰਾਜਨੀਤੀ, ਸਿਆਸਤ, ਕੁਰਸੀ ਦਾ ਖੇਡ ਆ ਮੇਰੇ ਵੀਰੋ, ਇਹ ਹੋਰ ਕਿਸੇ ਚੀਜ਼ ਦਾ ਖੇਡ ਨਹੀਂ। ਮਜੀਠੀਆ ਸਾਹਿਬ, ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਦਿਖਾਈਆਂ ਰਾਧੇ ਮਾਂ ਨਾਲ, ਆਸਾ ਰਾਮ ਬਾਪੂ ਨਾਲ, ਰਾਮ ਰਹੀਮ ਨਾਲ, ਤੁਹਾਨੂੰ ਲੱਗਦਾ ਸਾਰੀਆਂ ਪਾਰਟੀਆਂ ਇਹਦੇ ਕੀ ਵੋਟਰੀਆਂ ਨੂੰ ਵਰਤਦੀਆਂ ਰਹਿੰਦੀਆਂ ਨੇ, ਹਰ ਕੋਈ ਜਾਂਦਾ? ਉਹ ਭਰਾ, ਮੈਂ ਤੁਸੀਂ ਨਾ ਅਸਲ 'ਚ ਤੁਸੀਂ ਗਲਤ ਪਾਸੇ ਲੈ ਗਏ। ਮੈਂ ਤਾਂ ਤੁਹਾਨੂੰ ਵੀਡੀਓ ਨਹੀਂ ਵਿਖਾ, ਮੈਂ ਤੁਹਾਨੂੰ ਤਸਵੀਰਾਂ ਨਹੀਂ ਵਿਖਾਈਆਂ, ਮੈਂ ਸ਼ਬਦ ਵੀ ਵਿਖਾਏ। यूं तो हर जगह रब की बात होती है, राधे माँ के दरबार में रब से मुलाकात होती है। यूं तो हर जगह रब की बात होती है, बापू आसाराम के दरबार में रब से मुलाकात होती है। यूं तो हर जगह रब की बात होती है, बापू आसाराम के दरबार में रब से मुलाकात होंगी। बापू राम रहीम के दरबार से मुलाकात होंगी।
ਬਾਪੂ ਰਾਮ ਰਹੀਮ ਦਾ ਕਹਿੰਦਾ ਡੰਕਾ ਬੋਲਦਾ ਸੀ। ਔਰ ਇਹ ਕਦੋਂ ਦੀ ਵੀਡੀਓ? 15 ਦੀ। ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ, ਜਿਹੜਾ ਆਪ ਹੀ ਢੋਂਗੀ ਆ, ਜਿਹੜਾ ਆਪ ਹੀ ਫਰਾਡ ਹੈ। ਕਾਂਗਰਸ ਪਾਰਟੀ ਦੇ ਕਈ ਲੀਡਰ ਵੀ ਫੋਟੋਆਂ ਦਿਖਾਉਂਦੇ ਰਹਿੰਦੇ ਨੇ ਕਿ ਬਾਦਲ ਸਾਹਿਬ ਦੀ ਫੋਟੋ ਰਾਮ ਰਹੀਮ ਨਾਲ। ਅੱਜ ਉਹ ਸੁਖਬੀਰ ਜੀ ਦੀ ਫੋਟੋ ਵੇਖਿਓ ਮਾੜੀ ਜੀ। ਮੇਰੀ ਵੀ ਬਣਾਈ ਹੋਈ। ਨਹੀਂ, ਕਦੋਂ ਦੀ ਫੋਟੋ ਹੈ? ਸਨ ਕਿਹੜਾ? ਨਹੀਂ ਤੈਨੂੰ ਪਤਾ ਮੇਰਾ ਵੀਰ, ਤੈਨੂੰ ਪਤਾ ਤਾਂ ਸਭ ਕੁਝ ਹੈ। ਫੋਟੋ 'ਚ ਅੱਜ ਤਾਂ ਸੁਖਬੀਰ ਜੀ ਇਹਦੇ ਨਾਲੋਂ ਕਾਫੀ ਤਗੜੇ ਨੇ, ਫੱਟੇ ਕੱਟੇ ਨੇ। ਇਹ ਤਾਂ ਮੈਨੂੰ ਲੱਗਦਾ ਜਦੋਂ ਪੋਲਿਟਿਕਸ 'ਚ ਵੀ ਨਹੀਂ ਸੀ ਮੇਰਾ ਵੀਰ। ਮੈਂ ਜਿਹੜੀਆਂ ਫੋਟੋਆਂ ਵਿਖਾ ਰਿਹਾ 2015 ਦੀ ਵੀਡੀਓ ਵਿਖਾਈ ਆ, ਹੁਕਮਨਾਮੇ ਤੋਂ ਬਾਅਦ ਦੀ, ਸਿੱਧੂ ਦੀ। ਔਰ ਇਹਦੀ ਜਿੰਨੀ ਵੀ ਮੈਂ ਵੀਡੀਓ ਵਿਖਾਈ ਹੈ, ਇਹਦੀ MP ਬਣੇ ਤੋਂ ਬਾਅਦ ਦੀ ਵਿਖਾਈ ਆ। ਮੈਂ ਅੱਜ ਤੋਂ 40-30 ਸਾਲ ਪਹਿਲੀ ਗੱਲ ਨਹੀਂ ਕਰ ਰਿਹਾ। ਕੈਪਟਨ ਸਾਹਿਬ ਨੇ ਚੈਲੰਜ ਕੀਤਾ ਹੈਗਾ ਵੀ ਮੇਰੇ ਬਰਾਬਰ ਹੀ ਆ ਕੇ ਲੜ ਲਵੇ ਜੇ ਹੈਂ? ਪਟਿਆਲੇ ਹੀ ਰਹਿਣ ਦਾ ਸ਼ੌਂਕ ਹੈਗਾ। ਪਹਿਲਾਂ ਇਹਦੇ ਦੇਖੋ ਸਾਡੇ ਵੱਲੋਂ ਕੀ ਆ, ਇੱਕ ਪਾਸਿਓ ਚੀਕੂ ਸੀਤਾਫਲ ਖਲੋ ਜਾਏ, ਇੱਕ ਪਾਸਿਓ ਸੰਤਰੇ ਤੇ ਕੇਲੇ ਹੋ ਜਾਣ। ਸਾਡੂ ਕੀ ਲੈਣਾ ਯਾਰ, 2-3 ਫਲਾਂ ਫਰੂਟਾਂ 'ਚ ਫੈਸਲਾ ਹੋ ਜੂ। ਕਿਹਨੂੰ ਕੀ ਚੰਗਾ ਲੱਗਦਾ ਲੋਕਾਂ ਨੇ ਉਹ ਸਵੀਕਾਰ ਕਰ ਲੈਣ। ਵੀ ਲੜਨਾ ਚਾਹੀਦਾ ਹੈਗਾ ਪਟਿਆਲੇ ਤੋਂ। ਭਰਾਵਾ ਮੇਰੇ ਵੱਲੋਂ ਪਟਿਆਲੇ ਛੱਡ ਜਿੱਥੋਂ ਮਰਜ਼ੀ ਲੜੇ। ਮੇਰੀ ਕੌਣ ਸਲਾਹ ਲੈਣ ਡਿਆ? ਨਾ ਮੇਰੇ ਤੋਂ ਕੋਈ ਲੈਣ ਡਿਆ, ਨਾ ਮੈਂ ਦੇਣ ਡਿਆ। ਮੈਨੂੰ ਐਵੇਂ ਵਿੱਚ ਤੂੰ ਕਰੀ ਜਾਂਦਾ। ਇਹਨੂੰ ਤਾਂ ਪਾਕਿਸਤਾਨ ਤੋਂ ਵੀ ਸੱਦੇ ਆਈ ਹਾਂਜੀ, ਉਹ ਜੇ ਬੋਲਣੀ ਹੀ ਉਹਨੇ ਤੇ ਕਿੱਡਾ ਕੁ ਜ਼ੋਰ ਲੱਗਣਾ, ਸ਼ਾਮ ਨੂੰ ਤੁਹਾਨੂੰ ਹੋ ਜਾਣੇ। ਉਹ ਗੱਲ ਤਾਂ ਸਿੱਧੀ ਹੈ, ਆਕਾਸ਼ ਕੀ ਕੋਈ ਸੀਮਾ ਨਹੀਂ, ਪ੍ਰਿਥਵੀ ਦਾ ਕੋਈ ਤੋਲ ਨਹੀਂ, ਫਲਾਣੇ ਦੇਵਾਂਗਾ ਕੋਈ ਬੰਦਾ ਨਹੀਂ। ਗੱਲ ਤਾਂ ਸਿੱਧੀ ਹੈ, ਇੱਕੋ ਕੰਮ ਉਹੀ ਜਾ ਕੇ ਰੇਖਤਾ ਬੋਲ ਦੇਣਾ। ਕੰਮ ਕਿਹੜਾ ਲੰਮਾ ਚੌੜਾ। ਚਲੋ ਮੈਂ ਫੇਰ ਆ ਜਾ ਜੀ ਅਖੀਰਲੀ ਗੱਲ ਤੇ, ਕਿ ਜਿਹੜੇ ਕਰੋਨਾ 'ਚ ਐਕਸਟੋਰਸ਼ਨ ਹੋ ਰਹੀ ਹੈ ਔਰ ਜੋ ਹਾਲਾਤ ਕਰੋਨਾ ਦੇ ਆ ਪਿੰਡਾਂ 'ਚ, ਉਹਦੇ ਬਾਰੇ ਸਰਕਾਰ ਸੀਰੀਅਸ ਹੋਵੇ। ਕਿਉਂਕਿ ਤੁਸੀਂ ਸਾਰੇ ਰੂਰਲ ਪੰਜਾਬ ਨਾਲ ਕਿਸੇ ਨਾਲ ਸਿੱਧੇ ਅਸਿੱਧੇ ਤੌਰ ਨਾਲ ਸੰਬੰਧਿਤ ਹੋ। ਇਹ ਨਾ ਹੋਵੇ ਕਿ ਕੱਲ ਆਪਣੇ ਚੋਂ ਵੀ ਇੱਕ ਦੂਜੇ ਨੂੰ ਅੱਖਾਂ 'ਚ ਅੱਖਾਂ ਪਾ ਕੇ ਅਸੀਂ, ਬਿਕੋਜ਼ ਵੀ ਵੁੱਡ ਹੈਵ ਫੇਲਡ ਐਜ਼ ਅ ਰਿਸਪੌਂਸਿਬਲ। ਮੀਡੀਆ ਦਾ ਵੀ ਰੋਲ ਹੈ, ਸਾਡਾ ਵੀ ਰੋਲ ਹੈ, ਸਰਕਾਰਾਂ ਦਾ ਸਾਡੇ ਤੋਂ ਵੱਡਾ ਰੋਲ ਹੈ। ਔਰ ਇਹ ਤਾਂ ਅੱਜ ਜਾਗ ਜਾਣ, ਕੁਝ ਕਰ ਲੈਣ, ਆਪ ਦੀ ਲੜਾਈ ਛੱਡਣ, ਲੋਕਾਂ ਦਾ ਫਿਕਰ ਕਰਨ। ਪ੍ਰਸ਼ਾਸਨ ਲੋਕਾਂ ਨੂੰ ਸਹੂਲਤ ਦੇਣ ਦੀ ਗੱਲ ਕਰਨ। ਮੇਰੀ ਤਾਂ ਇਹ ਬੇਨਤੀ। ਸੀਐਮ ਸਾਹਿਬ ਨੇ ਇੱਕ ਫੇਸਬੁੱਕ ਲਾਈਵ ਵੀ ਕੀਤਾ ਹੈਗਾ। ਉਹਦੇ ਵਿੱਚ ਉਹਨਾਂ ਨੇ ਕਿਹਾ ਜਿਹੜੇ ਪਿੰਡ ਹੈਗੇ ਨੇ, ਜਿਹੜਾ ਪਿੰਡ 100% ਵੈਕਸੀਨੇਸ਼ਨ ਕਰਾਊਗਾ, ਅਸੀਂ ਉਹਨੂੰ 10 ਲੱਖ ਰੁਪਇਆ ਦੇਵਾਂਗੇ। ਪੰਚਾਇਤਾਂ 5 ਤੋਂ 50,000 ਰੁਪਇਆ ਕੋਵਿਡ ਦੇ। ਚਲੋ ਮੈਂ ਮਜੀਠੇ ਦੀ ਮੈਂ ਗਰੰਟੀ ਦਿੰਦਾ ਆਪਦੇ ਪਿੰਡ ਦੀ, ਮੈਂ 100% ਵੈਕਸੀਨੇਸ਼ਨ ਕਰਾਊਂਗਾ। ਕਿ ਸਰਕਾਰ ਕੋਲ ਵੈਕਸੀਨੇਸ਼ਨ ਹੈ? ਮੈਂ ਤੁਹਾਨੂੰ ਨੈਸ਼ਨਲ ਐਵਰੇਜ ਕੱਢ ਕੇ ਦੇਤੀ ਆ ਕਿ ਜੋ ਨੈਸ਼ਨਲ, ਦੇਖੋ ਇੱਕ ਗੱਲ ਸਮਝੋ, ਵੈਕਸੀਨੇਸ਼ਨ ਆਉਣੀ ਕਿੱਥੋਂ ਹੈ? ਅੱਜ ਦੀ ਡੇਟ 'ਚ ਗਵਰਨਮੈਂਟ ਆਫ ਇੰਡੀਆ ਸਪਲਾਈ ਕਰ ਰਹੀ ਹੈ। ਬਾਹਰ ਦੇ ਕਈ ਮੁਲਕ ਨੇ, ਚਾਹੇ ਉਹ ਇੰਗਲੈਂਡ ਹੈ, ਅਮਰੀਕਾ ਹੈ, ਜਰਮਨੀ ਆ, ਉਹਨਾਂ ਨੇ, ਕੈਨੇਡਾ ਹੈ, ਉਹਨਾਂ ਨੇ ਜਿੰਨੀ ਆਪਣੀ ਪੋਪੂਲੇਸ਼ਨ ਆ ਉਹਦੇ ਨਾਲੋਂ 2 ਗੁਣਾ 3 ਗੁਣਾ 4 ਗੁਣਾ ਵੱਧ ਵੈਕਸੀਨੇਸ਼ਨ ਬੁੱਕ ਕਰ ਲਿਆ ਜਾਂ ਲੈ ਲਿਆ। ਸਾਡੇ ਇੱਥੇ ਤਾਂ ਅੱਜ ਤੱਕ ਕਿੰਨੇ ਵੈਕਸੀਨੇਟ ਹੋਏ ਆ? ਕਈ ਸੂਬਿਆਂ ਨੇ ਵੀ ਕਰ ਲਈ ਆਪਣੇ, ਮਤਲਬ ਹਾਰਡਲੀ 13% 18 ਕਰੋੜ ਵੀ ਨਹੀਂ ਹੋਇਆ ਜੀ ਟੋਟਲ। ਹਲੇ 16-17 ਕਰੋੜ ਤੇ ਆ। ਔਰ ਅੱਜ ਦੀ ਉਹਦੇ 'ਚ ਪੰਜਾਬ ਦੀ ਜਿਹੜੀ ਵੈਕਸੀਨੇਸ਼ਨ ਦਰ ਹੈ ਉਹ ਸਭ ਤੋਂ ਘੱਟ ਹੈ। ਜਿਹੜੀ ਵੈਕਸੀਨ ਇਹਨਾਂ ਨੇ ਕਿੱਥੋਂ ਕਰ ਦੇਣੀ ਆ? ਨਾ ਇਹਨਾਂ ਨੇ ਕਿਸੇ ਗਲੋਬਲ ਟੈਂਡਰ ਬੁਲਾ ਕੇ ਕਿਹੜੀ ਨਵੀਂ ਵੈਕਸੀਨੇਸ਼ਨ ਬੁਲਾ ਲਈ ਹੈ। ਆ ਰੋਜ਼ ਤਾਂ ਖਬਰ ਲੱਗਦੀ ਹੈ, ਕਦੇ ਕਹਿੰਦੇ 45 ਤੋਂ ਘੱਟ ਵਾਲੀ ਡੋਜ਼ ਮੁੱਕ ਗਈ, ਕਦੇ ਕਹਿੰਦੇ ਜੀ ਹੁਣ 18 ਤੋਂ ਘੱਟ ਵਾਲੇ ਨੂੰ ਨਹੀਂ ਮਿਲਣੀ। ਇਟਸ ਆਲ ਇਨ ਦੀ 에ਅਰ। ਹਰ ਗੱਲ ਹਵਾ 'ਚ ਹੈ, ਹੁਣ ਗਰਾਊਂਡ ਨਹੀਂ ਹੈ, ਹੋਣੀ ਚਾਹੀਦੀ। ਅੱਜ ਪੁਰਾਣੀਆਂ ਦੀਆਂ ਮਿਲਟਰੀ ਵਾਲੀ ਪੱਗ ਬਣ ਕੇ ਆਏ ਸੀ ਜੋ ਕੌਣ? ਕੈਪਟਨ ਸਾਹਿਬ। ਹੁਣ ਮੁਕਾਬਲਾ ਕਰਨਾ ਹੀ ਪੈਣਾ। ਮਿਲਟਰੀ ਵਾਲੀ ਤਾਂ ਪਾਉਣੀ ਪੈਣੀ ਹੈ। ਜੋ ਮੈਨੂੰ ਲੱਗਦਾ ਬੰਕਰ 'ਚ ਵੀ ਕਈਆਂ ਨੂੰ ਵੜਨਾ ਪੈਣਾ, ਚੋਰ ਮੋਰੀ 'ਚ ਨਹੀਂ ਬਚਣਾ ਪੈਣਾ, ਬੜਾ ਕੁਝ ਕਰਨਾ ਪੈਣਾ ਹਲੇ ਤਾਂ। ਜੋ 84 'ਚ ਕੀਤਾ ਸੀ ਉਹਦੀ ਸਜ਼ਾ ਦੇਸ਼ 'ਚ ਕਾਂਗਰਸ ਖਤਮ ਹੋ ਚੁੱਕੀ ਹੈ, ਹੁਣ ਪੰਜਾਬ 'ਚ। ਥੈਂਕ ਯੂ। ਥੈਂਕ ਯੂ ਜੀ।